ਸਭਨਾ ਦਾ ਵਿਸਾਹੋ, ਜਿਸ ਪਾਸ ਬੈਠਿਆ ਸੋਹੀ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਤੀਜਾ। ਹਰ ਜੀਉ ਤੁਧਨੋ ਸਦਾ ਸਾਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ। ਇਕ ਪਲ ਖਿਨ ਵਿਸਰੇ ਤੂੰ ਸੁਆਮੀ, ਜਾਣੋ ਬਰਸ 50। ਹਰ ਜੀਉ ਤੁਧਨੋ ਸਦਾ ਸਾਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ। ਇਕ ਪਲ ਖਿਨ ਵਿਸਰਹਿ ਤੂੰ ਸੁਆਮੀ, ਜਾਣੋ ਬਰਸ 50। ਹਮ ਮੂੜ ਮੁਗਧ ਸਦਾ ਸੇ ਭਾਈ, ਗੁਰ ਕਾ ਸ਼ਬਦ ਪਰਗਾਸਾ। ਹਰ ਜੀਉ ਤੁਮ ਆਪੇ ਦੇਹੋ ਬੁਝਾਈ, ਹਰ ਜੀਉ ਤੁਧ ਵਿਟਹੁ ਵਾਰਿਆ ਸਾਧਹੀ, ਤੇਰੇ ਨਾਮ ਵਿਟਹੁ ਬਲ ਜਾਈ। ਹਰ ਜੀਉ ਤੁਮ ਆਪੇ ਦੇਹੋ ਬੁਝਾਈ, ਹਰ ਜੀਉ ਤੁਧ ਵਿਟਹੁ ਵਾਰਿਆ ਸਾਧਹੀ, ਤੇਰੇ ਨਾਮ ਵਿਟਹੁ ਬਲ ਜਾਈ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਸਤਿਗੁਰੂ, ਭਾਨਾਨ ਭਾਨ ਸਤਿਗੁਰੂ, ਦੇਵਾਨ ਦੇਵ ਉਪਮਾ ਮਹਾਨ, ਚਵਰ ਸ਼ਵਰ ਤਖਤ ਦੇ ਮਾਲਕ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੋਢੀ ਸੁਲਤਾਨ ਗੁਰੂ ਗਰੀਬ ਨਿਵਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪਾਤਸ਼ਾਹੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਸਭ ਸੰਗਤ ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਸਤਿਗੁਰੂ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਅੱਜ ਦੇ ਦਿਨ ਦੇ ਪਾਵਨ ਮੁਖਵਾਕ ਦੀ ਵਿਚਾਰ ਵਾਸਤੇ ਸਤਿਗੁਰੂ ਨੇ ਇਹ ਸੁਭਾਗੀਆਂ ਘੜੀਆਂ ਸਾਡੀ ਝੋਲੀ ਵਿੱਚ ਪਾਈਆਂ ਨੇ। ਆਓ ਇਹਨਾਂ ਨੂੰ ਸਫਲਾ ਕਰੀਏ। ਅੱਜ ਦੇ ਪਾਵਨ ਪਵਿੱਤਰ ਮੁਖਵਾਕ ਦੇ ਵਿੱਚ ਜੋ ਸ਼ਬਦ ਆਇਆ ਹੈ, ਉਸ ਸ਼ਬਦ ਦੀ ਵਿਚਾਰ ਕਰੀਏ ਤਾਂ ਜੋ ਸਾਡੇ ਅੰਦਰ ਵੀ ਕਿਤੇ ਇਬਾਦਤ ਦੀ ਬੰਦਗੀ ਦੀ ਕ੍ਰਾਂਤੀ ਛਿੜ ਜਾਵੇ। ਕਿਉਂਕਿ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਇਬਾਦਤ ਬੰਦਗੀ ਪ੍ਰੇਮ ਪ੍ਰਥਾਏ ਦੱਸਦੇ ਨੇ।
ਔਰ ਦੱਸਦੇ ਆ ਵੀ ਤੂੰ ਉਸ ਦੀ ਇਬਾਦਤ, ਉਹਦੀ ਬੰਦਗੀ ਕਦੋਂ ਤੱਕ ਕਰਨੀ ਹੈ। ਸੋ ਆਓ ਜੀ ਮਨੇ ਬਿਰਤੀਆਂ ਇਕਾਗਰ ਚਿਤ ਕਰੀਏ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਮਹਿਸੂਸ ਕਰਦੇ ਹੋਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੋਵੇਂ ਹੱਥ ਜੋੜ ਕੇ ਸੀਸ ਝੁਕਾਉਂਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਹਰ ਜੀਓ ਤੁਧਨੋ ਸਦਾ ਸਾਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਮੁਖਵਾਕ ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੀ ਪਾਵਨ ਪਵਿੱਤਰ ਮੁਬਾਰਕ ਰਸਨਾ ਤੋਂ ਸੋਰਠ ਰਾਗ ਦੇ ਅੰਦਰ ਉਚਾਰਨ ਕਰਦੇ ਨੇ। ਔਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਜਿੱਥੇ ਵਡਿਆਈ ਬਿਆਨ ਕਰਦੇ ਹਨ, ਉੱਥੇ ਸਤਿਗੁਰੂ ਸਾਨੂੰ ਅਲਪਗ ਜੀਵਾਂ ਨੂੰ ਦੱਸਦੇ ਨੇ ਕਿ ਭਾਈ ਤੁਸਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਕਿਤਨਾ ਸਮਾਂ ਕਰਨੀ ਹੈ। ਕਿਉਂਕਿ ਇਬਾਦਤ ਦੇ, ਬੰਦਗੀ ਦੇ, ਧਰਮ ਦੇ ਰਾਹ ਤੇ ਤੁਰਨ ਲੱਗਿਆਂ ਹਰ ਇੱਕ ਵਿਅਕਤੀ ਦਾ ਸਵਾਲ ਹੈ, ਸਿਮਰਨ ਕਿੰਨਾ ਕੇ ਸਮਾਂ ਕਰੀਏ, ਬਾਣੀ ਕਿੰਨਾ ਸਮਾਂ ਪੜ੍ਹੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਹਰ ਜੀਓ ਤੁਧਨੋ ਸਦਾ ਸਾਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ। ਸਤਿਗੁਰੂ ਪਰਮਾਤਮਾ ਨੂੰ ਮੁਖਾਤਬ ਹੋ ਕੇ ਕਹਿੰਦੇ, ਐ ਮੇਰੇ ਪਿਆਰੇ, ਮੈਂ ਤੈਨੂੰ ਸਦਾ ਲਈ ਸਲਾਹੁਣਾ, ਤੇਰੀ ਸਿਫਤ ਕਰਦਾ, ਤੇਰੇ ਗੁਣ ਗਾਉਂਦਾ। ਕਦੋਂ ਤੱਕ? ਜਿਚਰ ਘਟ ਅੰਤਰ ਹੈ ਸਾਸਾ, ਜਦੋਂ ਤੱਕ ਸਰੀਰ ਦੇ ਵਿੱਚ ਸਵਾਸ ਚੱਲਦੇ ਨੇ। ਕਰ ਬੰਦੇ ਤੂੰ ਬੰਦਗੀ, ਜਿਚਰ ਘਟ ਮੈਂ ਸਾਹੋ, ਜਦੋਂ ਤੱਕ ਅੰਦਰ ਸਵਾਸ ਨੇ ਤੂੰ ਉਦੋਂ ਤੱਕ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਇਬਾਦਤ ਕਰਦਾ ਰਹੋ, ਬੰਦਗੀ ਕਰਦਾ ਰਹੋ। ਤੇਰੇ ਹਿਰਦੇ ਦੇ ਅੰਦਰ ਵਾਹਿਗੁਰੂ ਗੁਰਮੰਤਰ ਮੂਲ ਮੰਤਰ ਦੀ ਧੁਨੀ ਚੱਲਦੀ ਰਹੇ। ਤੂੰ ਸਦਾ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਭਾਣੇ ਦੇ ਅੰਦਰ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਿਰਮਲ ਭੈ ਦੇ ਅੰਦਰ ਆਪਣੇ ਜੀਵਨ ਨੂੰ ਬਤੀਤ ਕਰੇ। ਕਿਉਂਕਿ ਖਾਲਸਾ ਜੀ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਗੁਰੂ ਕਿਆਂ ਸਿੱਖਾਂ ਦੇ ਉੱਤੇ ਬੜੀ ਬਖਸ਼ਿਸ਼ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ, ਤੂੰ ਉਹਦੇ ਗੁਣ ਗਾ, ਉਸ ਪਰਮਾਤਮਾ ਦੀ ਵਡਿਆਈ ਕਰ, ਜਿਹੜੇ ਪਰਮਾਤਮਾ ਦੀ ਵਡਿਆਈ ਕਰਕੇ ਕਿਸੇ ਦੀ ਫਿਰ ਮੁਹਤਾਜਗੀ ਨਹੀਂ ਰਹਿੰਦੀ। ਸਤਿਗੁਰੂ ਕਹਿੰਦੇ, ਤੂੰ ਉਹਦੇ ਦਰ ਤੇ ਝੁਕ ਜਾ, ਪਰਮਾਤਮਾ ਦੇ ਦਰ ਤੇ ਝੁਕ ਜਾ, ਜਿਹਦੇ ਦਰ ਤੇ ਝੁਕਿਆ ਫਿਰ ਦਰ ਦਰ ਤੇ ਝੁਕਣ ਦੀ ਲੋੜ ਹੀ ਨਹੀਂ ਪੈਂਦੀ। ਜਿਸ ਵਕਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਾਣੀਪਤ ਕੋਲ ਪਹੁੰਚੇ, ਉੱਥੇ ਇੱਕ ਸ਼ੇਖ ਸ਼ਰਫ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਨਾਲ ਮੁਲਾਕਾਤ ਹੋਈ, ਸਤਿਗੁਰੂ ਨੂੰ ਸਲਾਮ ਕੀਤੀ। ਗੁਰੂ ਨਾਨਕ ਸਾਹਿਬ ਮੁਸਕਰਾ ਪਏ, ਕਹਿਣ ਲੱਗੇ, ਐ ਸ਼ੇਖ, ਅਲੇਖ ਕਹੋ ਸਲਾਮ ਹੈ, ਪੀਰ ਕੇ ਦਸਤਵੇਸ਼। ਮੇਰੀ ਵੀ ਸਲਾਮ ਹੈ, ਪਰ ਮੇਰੀ ਸਲਾਮ ਬੰਦੇ ਬਣਾਉਣ ਵਾਲੇ, ਦੁਨੀਆ ਬਣਾਉਣ ਵਾਲੇ, ਖਲਕਤ ਬਣਾਉਣ ਵਾਲੇ ਉਸ ਖੁਦਾ ਨੂੰ ਮੇਰੀ ਸਲਾਮ ਹੈ। ਸਤਿਗੁਰੂ ਨੇ ਸਾਨੂੰ ਵੀ ਕਿਹਾ, ਤੂੰ ਉਹਨੂੰ ਨਮਸਕਾਰ ਕਰੀ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਉਹਦੇ ਗੁਣ ਗਾਉਣੇ ਨੇ, ਉਸ ਪਰਮਾਤਮਾ ਦੀ ਵਡਿਆਈ ਕਰਨੀ ਹੈ। ਪਰ ਇਹ ਨਹੀਂ ਕਿ ਕੁਝ ਪਲ, ਕੁਝ ਮਿੰਟ ਜਾਂ ਕੁਝ ਘੰਟੇ ਹੀ ਉਹਦੇ ਗੁਣ ਗਾਉਣੇ। ਕਹਿੰਦੇ ਜਦੋਂ ਤੱਕ ਸਰੀਰ ਦੇ ਵਿੱਚ ਸਵਾਸ ਚੱਲਦੇ ਨੇ, ਹਰ ਇੱਕ ਸਵਾਸ ਦੇ ਨਾਲ ਤੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸ਼ੁਕਰ ਕਰਦਾ ਰੋ। ਇਕ ਪਲ ਖਿਨ ਵਿਸਰੇ ਤੂੰ ਸੁਆਮੀ, ਜਾਣੋ ਬਰਸ 50। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ, ਕਿਉਂਕਿ ਜੇ ਕਿਤੇ ਪਰਮਾਤਮਾ ਇੱਕ ਖਿਨ, ਇੱਕ ਪਲ ਵੀ ਵਿਸਰ ਜਾਵੇ ਨਾ, ਤੇ ਇੰਜ ਪ੍ਰਤੀਤ ਹੁੰਦਾ ਜਿਵੇਂ 50 ਤੋਂ ਭਾਵ 50 ਸਾਲ ਬੀਤ ਗਏ ਨੇ। ਖਾਲਸਾ ਜੀ, ਇਹ ਸਤਿਗੁਰੂ ਦੀ ਅਵਸਥਾ ਹੈ, ਇਹ ਰੱਬ ਦੇ ਪਿਆਰਿਆਂ ਦੀ, ਰੱਬ ਤੇ ਭਗਤਾਂ ਦੀ ਅਵਸਥਾ ਹੈ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰੇਤੁਦ ਭਗਵੰਤਾ। ਮੋਹਿ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਸੱਚ ਹੈ ਗੁਰੂ ਕੇ ਸਿੱਖ ਦੀ ਇਹ ਭਾਵਨਾ ਹੋਵੇ
ਕਿ ਜੇ ਕਿਤੇ ਇੱਕ ਦਿਨ ਨਿਤਨੇਮ ਦੇ ਵਿੱਚ ਨਾਗਾ ਵੀ ਪੈ ਜਾਵੇ ਨਾ, ਤੇ ਇੰਜ ਪ੍ਰਤੀਤ ਹੋਵੇ ਕਿ ਜੀਵਨ ਦੇ ਵਿੱਚੋਂ, ਇਸ ਸਰੀਰ ਦੇ ਵਿੱਚੋਂ ਸਵਾਸ ਨਿਕਲ ਗਏ, ਪ੍ਰਾਣ ਨਿਕਲ ਗਏ। ਖਾਲਸਾ ਜੀ, ਨਿਤਨੇਮ ਤੋਂ ਬਿਨਾ, ਭਜਨ ਤੋਂ ਬਿਨਾ, ਪੰਜਾਂ ਬਾਣੀਆਂ ਦੇ ਨਿਤਨੇਮ ਤੋਂ ਬਿਨਾ, ਗੁਰੂ ਕੇ ਦਰਸ਼ਨਾਂ ਤੋਂ ਬਿਨਾ ਸਿੱਖ ਦੇ ਦਿਨ ਦੀ ਸ਼ੁਰੂਆਤ ਹੀ ਨਹੀਂ ਹੁੰਦੀ, ਸਿੱਖ ਦੇ ਜੀਵਨ ਦੀ ਆਰੰਭਤਾ ਨਹੀਂ ਹੁੰਦੀ। ਗੁਰਸਿੱਖੀ ਦੇ ਵਿੱਚ ਸਤਿਗੁਰੂ ਨੇ ਇਹੀ ਕਿਹਾ, ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰ ਅੰਮ੍ਰਿਤ ਸਰਨਾਵੈ। ਕਿ ਗੁਰੂ ਕਾ ਸਿੱਖ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠੇ, ਗੁਰਮੰਤਰ ਦੇ ਸਰੋਵਰ ਵਿੱਚ ਟੁੱਬੀਆਂ ਲਾਵੇ, ਗੁਰਮੰਤਰ ਦਾ ਅਭਿਆਸ ਕਰੇ, ਪੰਜਾਂ ਬਾਣੀਆਂ ਦਾ ਨਿਤਨੇਮ ਕਰੇ। ਕਿਉਂਕਿ ਪਿਆਰਿਆਂ ਦੀ ਇਹ ਅਵਸਥਾ ਹੈ, ਜੇ ਕਿਤੇ ਇੱਕ ਪਲ ਇੱਕ ਖਿਣ ਪਿਆਰਾ ਵਿਸਰ ਵੀ ਜਾਵੇ ਨਾ, ਤੇ ਇੰਜ ਪ੍ਰਤੀਤ ਹੁੰਦਾ ਕਿ 50 ਸਾਲ 50 ਬਰਸ ਹੀ ਬੀਤ ਗਏ। ਸੋ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਭਾਈ, ਇਸ ਕਰਕੇ ਸਦਾ ਲਈ ਉਸ ਪ੍ਰਮਾਤਮਾ ਦੇ ਗੁਣ ਗਾਉਂਦਾ ਰਹੋ। ਹਮ ਮੂੜ ਮੁਗਧ ਸਦਾ ਸੇ ਭਾਈ, ਗੁਰ ਕੈ ਸ਼ਬਦ ਪ੍ਰਗਾਸਾ। ਪਰ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਸੰਸਾਰ ਦੇ ਵਿੱਚ, ਮਾਇਆ ਜਾਲ ਦੇ ਵਿੱਚ ਸਾਡੀ ਬੁੱਧੀ ਇਤਨੀ ਸੋਝੀ ਨਹੀਂ ਰੱਖਦੀ, ਮਾਇਆ ਜਾਲ ਦੇ ਵਿੱਚ ਅਸੀਂ ਉਲਝ ਜਾਂਦੇ ਹਾਂ। ਸਤਿਗੁਰੂ ਕਹਿੰਦੇ ਹਮ ਮੂੜ ਮੁਗਧ ਸਦਾ ਸੇ ਭਾਈ, ਸਾਡੀ ਬੁੱਧੀ ਤੁੱਛ ਹੈ, ਇਤਨੀ ਸਾਡੀ ਬੁੱਧੀ ਵਿੱਚ ਸਮਰੱਥਾ ਨਹੀਂ ਜਿਹੜੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਸਦਾ ਲਈ ਸਾਡੀ ਸੁਰਤ ਜੁੜ ਜਾਵੇ। ਪਰ ਹਾਂ, ਇੱਕ ਹੀਲਾ ਹੈ, ਜੇ ਸਦਾ ਲਈ ਪ੍ਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜਨੀ ਹੈ, ਫਿਰ ਗੁਰ ਕੈ ਸ਼ਬਦ ਪ੍ਰਗਾਸਾ, ਗੁਰੂ ਕੇ ਸ਼ਬਦ ਨੂੰ ਹਿਰਦੇ ਦੇ ਵਿੱਚ, ਕੰਠ ਦੇ ਵਿੱਚ ਵਸਾਉਣਾ ਪਵੇਗਾ। ਉਦੋਂ ਤੱਕ ਪਰਮਾਤਮਾ ਦੀ ਨਾਮ ਦੀ ਜੋਤ ਪ੍ਰਕਾਸ਼ ਨਹੀਂ ਹੁੰਦੀ, ਜਦੋਂ ਤੱਕ ਗੁਰ ਸ਼ਬਦ ਦਾ ਅਭਿਆਸ ਨਾ ਹੋਵੇ। ਖਾਲਸਾ ਜੀ, ਮੈਂ ਬੇਨਤੀ ਕਰਾਂ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਖਸ਼ਿਸ਼ਾਂ, ਰਹਿਮਤਾਂ, ਕਿਰਪਾ ਕੀਤੀ। ਭਾਈ ਲਹਿਣਾ ਜੀ ਨੂੰ ਆਪਣੇ ਅੰਗ ਦੇ ਨਾਲ ਲਾ ਕਰਕੇ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ ਉਜਾਗਰ ਕੀਤਾ, ਗੁਰਿਆਈ ਦਾ ਤਿਲਕ ਲਗਾਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤਖਤ ਦੇ ਮਾਲਕ ਬਣੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ। ਪਰ ਸਾਨੂੰ ਸਮਝਾਉਣ ਵਾਸਤੇ ਸਤਿਗੁਰਾਂ ਨੇ ਬੜੀਆਂ ਹੀ ਸਿੱਖਿਆਵਾਂ ਦਿੱਤੀਆਂ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ। ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਦੀ ਧਰਤੀ ਤੇ ਮਾਤਾ ਰਾਈ ਜੀ ਦੇ ਘਰ ਆ ਕੇ ਟਿਕ ਗਏ ਤੇ ਬਚਨ ਕਰ ਦਿੱਤਾ ਕਿ ਘਰ ਦਾ ਬੂਹਾ ਨਹੀਂ ਖੋਲਣਾ। ਸਤਿਗੁਰੂ ਸੱਚੇ ਪਾਤਸ਼ਾਹ ਗੁਪਤ ਅਵਸਥਾ ਦੇ ਵਿੱਚ, ਵੈਰਾਗ ਦੇ ਵਿੱਚ, ਕਿਉਂਕਿ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਮਝਾਉਣਾ ਕਿ ਭਾਈ ਗੁਰੂ ਦੀ ਜੋਤ ਪ੍ਰਗਟ ਕਿਵੇਂ ਹੋਣੀ ਹੈ। ਸਤਿਗੁਰੂ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਟਿਕ ਗਏ, ਗੁਪਤ ਹੋ ਗਏ। ਹੁਣ ਗੁਰੂ ਕੀ ਸੰਗਤ ਵਿੱਚ ਇਹ ਵੈਰਾਗ ਸੀ, ਇਹ ਤੜਪ ਸੀ ਕਿ ਗੁਰੂ ਕੇ ਦੀਦਾਰੇ ਕਰਨੇ ਨੇ। ਗੁਰੂ ਕੇ ਦੀਦਾਰਿਆਂ ਦੇ ਲਈ ਅੰਦਰ ਬਿਹਬਲਤਾ ਜਾਗੀ। ਤਾਂ ਉਸ ਵਕਤ ਗੁਰੂ ਕੀ ਸਿੱਖ ਸੰਗਤ ਨੇ ਬਾਬਾ ਬੁੱਢਾ ਜੀ ਪਾਸ ਪਹੁੰਚ ਕੀਤੀ, ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਸਨ, ਤੇਰੇ ਤੋਂ ਕਦੇ ਓਲੇ ਨਾ ਹੋਸਾਂ। ਜਿੱਥੇ ਵੀ ਗੁਰੂ ਨਾਨਕ ਦੀ ਜੋਤ ਹੋਵੇਗੀ, ਬਾਬਾ ਬੁੱਢਾ ਜੀ ਜ਼ਰੂਰ ਪਹਿਚਾਣ ਲੈਣਗੇ। ਸੰਗਤ ਨੇ ਜਾ ਕੇ ਅਰਦਾਸ ਕੀਤੀ, ਮਨ ਦੀ ਬਿਹਬਲਤਾ, ਵੈਰਾਗ ਦੀ ਤੜਪ ਦੱਸੀ ਕਿ ਗੁਰੂ ਦੇ ਦੀਦਾਰੇ ਕਰਨੇ, ਪਰ ਗੁਰੂ ਕੀ ਜੋਤ ਕਿੱਥੇ ਹੈ, ਆਪ ਜੀ ਪ੍ਰਗਟ ਕਰੋ। ਧੰਨ ਬਾਬਾ ਬੁੱਢਾ ਸਾਹਿਬ ਜੀ ਸੰਗਤ ਦੇ ਨਾਲ ਖਡੂਰ ਸਾਹਿਬ ਆਏ। ਮਾਤਾ ਭਰਾਈ ਜੀ ਦੇ ਘਰ ਆ ਕੇ ਬਾਹਰ ਖੜੇ ਹੋ ਗਏ ਸੰਗਤ ਦੇ ਨਾਲ। ਸਤਿਗੁਰੂ ਸੱਚੇ ਪਾਤਸ਼ਾਹ ਦੇ ਪ੍ਰੇਮ ਦੇ ਵਿੱਚ ਭਿੱਜੇ ਸਨ। ਪਤਾ ਸੀ ਕਿ ਗੁਰੂ ਦਾ ਬਚਨ ਹੈ, ਕੋਈ ਘਰ ਦਾ ਬੂਹਾ ਨਹੀਂ ਖੋਲਣਾ। ਪਰ ਉਸ ਵਕਤ ਫਿਰ ਬੜੀ ਵੱਡੀ ਜੁਗਤੀ ਸਾਡੇ ਵਾਸਤੇ ਵੀ ਬਾਬਾ ਬੁੱਢਾ ਜੀ ਨੇ ਦੇ ਦਿੱਤੀ। ਸੰਗਤ ਨੂੰ ਕਿਹਾ, ਜੇ ਗੁਰੂ ਨਾਨਕ ਦੀ ਜੋਤ ਪ੍ਰਗਟ ਕਰਨੀ ਹੈ, ਆਓ ਸਾਰੇ ਰਲ ਕੇ ਕੀਰਤਨ ਕਰੀਏ। ਬਾਬਾ ਬੁੱਢਾ ਜੀ ਨੇ ਕੀਰਤਨ ਕੀਤਾ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੂੰ ਜਲ ਥਲ ਮਹੀਲ ਭਰਪੁਰ ਲੀਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਸ ਅਕਾਲੀ ਬਾਣੀ ਦਾ ਕੀਰਤਨ ਕੀਤਾ ਬਾਬਾ ਬੁੱਢਾ ਜੀ ਨੇ। ਤੁਧ ਬਾਜ ਪਿਆਰੇ ਕੇਵ ਰਹਾ, ਸਾ ਵਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ। ਕਹਿੰਦੇ ਜਦੋਂ ਗੁਰੂ ਨਾਨਕ ਦੇ ਇਹ ਪਾਕ ਬੋਲ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਸੁਣੇ, ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਘਰੋਂ ਬਾਹਰ ਆਏ। ਸਤਿਗੁਰੂ ਦੇ ਨੇਤਰਾਂ ਦੇ ਵਿੱਚ ਜਲ ਸੀ। ਮਾਨੋ ਇੰਜ ਪ੍ਰਤੀਤ ਹੋ ਰਿਹਾ ਹੋਵੇ, ਜਿਸ ਪਿਆਰੇ ਸਿਉ ਨੇਹੋ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ।
ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਵੱਲ ਵੇਖਿਆ, ਮੁਸਕਰਾ ਕੇ ਕਹਿਣ ਲੱਗੇ, ਬਾਬਾ ਜੀ ਤੁਸੀਂ ਸੱਚਮੁੱਚ ਗੁਰੂ ਨਾਨਕ ਸਾਹਿਬ ਦੇ ਅਨੰਦ ਸੇਵਕ ਹੋ। ਤੁਸਾਂ ਨੇ ਅੱਜ ਸਿੱਖ ਸੰਗਤ ਨੂੰ ਸਪਸ਼ਟ ਕਰ ਦਿੱਤਾ ਕਿ ਜੇ ਕਿਸੇ ਨੇ ਗੁਰੂ ਕੀ ਜੋਤ ਨੂੰ ਪ੍ਰਗਟ ਕਰਨਾ ਹੈ, ਗੁਰੂ ਕੀ ਜੋਤ ਪ੍ਰਗਟ ਕਰਨ ਦਾ ਸਭ ਤੋਂ ਸੌਖਾ, ਸਭ ਤੋਂ ਵਧੀਆ ਹੀਲਾ ਹੈ ਗੁਰੂ ਸ਼ਬਦ ਦਾ ਕੀਰਤਨ, ਗੁਰੂ ਸ਼ਬਦ ਦਾ ਅਭਿਆਸ। ਜਦੋਂ ਗੁਰੂ ਸ਼ਬਦ ਦਾ ਕੀਰਤਨ ਹੁੰਦਾ, ਗੁਰੂ ਸ਼ਬਦ ਦਾ ਅਭਿਆਸ ਹੁੰਦਾ ਤੇ ਹਿਰਦੇ ਦੇ ਵਿੱਚ ਗੁਰੂ ਦੀ ਜੋਤ ਪ੍ਰਗਟ ਹੁੰਦੀ ਹੈ। ਤੇ ਜਦੋਂ ਹਿਰਦੇ 'ਚ ਗੁਰੂ ਕੀ ਜੋਤ ਪ੍ਰਗਟ ਹੋ ਜਾਵੇ, ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ ਭਵਨ ਸਗਲਾਰੇ। ਫਿਰ ਕਹਿੰਦੇ ਬੰਦ ਬੰਦ ਤੇ ਕਟਿਆ ਜਾਂਦਾ ਪਰ ਗੁਰ ਸ਼ਬਦ ਦੀ ਜੋਤ ਨਹੀਂ ਬੁਝਦੀ। ਫਿਰ ਖੋਪੜ ਤੇ ਲੈ ਜਾਂਦਾ ਖਾਲਸਾ ਜੀ, ਪਰ ਗੁਰ ਸ਼ਬਦ ਦੀ ਜੋਤ ਨਹੀਂ ਬੁਝਦੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਅਸੀਂ ਮੂਰਖ ਹਾਂ, ਅਲਪਗ ਜੀਵ ਹਾਂ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਗੁਰ ਸ਼ਬਦ ਤੋਂ ਬਿਨਾ, ਗੁਰੂ ਸ਼ਬਦ ਦੇ ਅਭਿਆਸ ਤੋਂ ਬਿਨਾ ਸਾਨੂੰ ਸੋਝੀ ਨਹੀਂ ਹੋ ਸਕਦੀ। ਇਸ ਕਰਕੇ ਗੁਰ ਸ਼ਬਦ ਦਾ ਅਭਿਆਸ ਬਹੁਤ ਸਿੱਖ ਦੇ ਜੀਵਨ ਦੇ ਵਿੱਚ ਜ਼ਰੂਰੀ ਹੈ। ਹਰ ਜੀਓ ਤੁਮ ਆਪੇ ਦੇਹੁ 부ਝਾਈ। ਪਰ ਸਤਿਗੁਰੂ ਕਹਿੰਦੇ ਇਹ ਸੋਝੀ ਵੀ ਗੁਰੂ ਦੀ ਕਿਰਪਾ ਤੋਂ, ਗੁਰੂ ਦੀ ਰਹਿਮਤ ਤੋਂ ਬਿਨਾ ਨਹੀਂ ਹੁੰਦੀ। ਸਤਿਗੁਰੂ ਕਹਿੰਦੇ ਹਰ ਜੀਓ ਤੁਮ ਆਪੇ ਦੇਹੁ 부ਝਾਈ, ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਗੁਰੂ ਕਿਰਪਾ ਕਰੇ ਤਾਂ ਨਾਮ ਜਪਿਆ ਜਾਂਦਾ ਹੈ, ਤਾਂ ਸੇਵਾ ਕੀਤੀ ਜਾਂਦੀ ਹੈ। ਮੈਂ ਬੇਨਤੀ ਕਰਾਂ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਪਾਤਸ਼ਾਹੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਕੋਈ ਆਵੇ, ਦਰਸ਼ਨ ਕਰੇ, ਸੇਵਾ ਕਰੇ, ਸਿਮਰਨ ਕਰੇ, ਕਦੇ ਮਾਨ ਨਾ ਕਰੇ ਕਿ ਮੈਂ ਖੁਦ ਚੱਲ ਕੇ ਗੁਰੂ ਦੀ ਹਜ਼ੂਰੀ 'ਚ ਆ ਗਿਆ, ਹਰਿਮੰਦਰ ਸਾਹਿਬ ਆ ਗਿਆ। ਸੱਚ ਜਾਣਿਓ ਖਾਲਸਾ ਜੀ, ਇੱਥੇ ਉਹੀ ਆ ਸਕਦਾ ਜਿਹਨੂੰ ਗੁਰੂ ਖੁਦ ਸੱਦਾ ਭੇਜ ਦੇਵੇ। ਗੁਰੂ ਦੀ ਹਜ਼ੂਰੀ ਦੇ ਵਿੱਚ ਆ ਜਾਣਾ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ। ਪਰ ਇੱਥੇ ਆ ਕੇ ਅਰਦਾਸ ਕਰਨੀ ਚਾਹੀਦੀ ਹੈ, ਪਾਤਸ਼ਾਹ ਹਰ ਜੂ ਰਾਖ ਲਿਹੋ ਪਤ ਮੇਰੀ, ਜਮ ਕੋ ਤਰਾਸ ਭਇਓ ਔਰ ਅੰਤਰ ਸ਼ਰਨ ਗਹੀ, ਕਿਰਪਾ ਨੇ ਤੇਰੀ ਮੈਂ ਤੇਰੀ ਸ਼ਰਨੀ ਆਇਆ, ਮੇਰੀ ਲਾਜ ਰੱਖ ਲੈ। ਹਰ ਜੀਓ ਤੁਧ ਵਿਟਹੁ ਵਾਰਿਆ ਸਾਧਹੀ, ਤੇਰੇ ਨਾਮ ਵਿਟਹੁ ਬਲ ਜਾਈ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ, ਇਹ ਹਰ ਜੀਓ ਤੁਧ ਵਿਟਹੁ ਵਾਰਿਆ ਸਦਹੀ, ਮੈਂ ਆਪਣਾ ਆਪ ਤੈਨੂੰ ਵਾਰਦਾ, ਤਨ ਮਨ ਧਨ ਸਭ ਸੌਂਪ ਗੁਰ ਕੋ। ਹੁਕਮ ਮੰਨਿਆ ਪਾਈ ਹੈ। ਮੈਂ ਬੇਨਤੀ ਕਰਾਂ, ਸਤਿਗੁਰੂ ਨੇ ਕਿਹਾ ਤਨ ਸਮਰਪਿਤ ਕਰ, ਮਨ ਸਮਰਪਿਤ ਕਰ, ਧਨ ਵੀ ਸਮਰਪਿਤ ਕਰ, ਪਰ ਮਾਫ ਕਰ ਦਿਓ, ਧਨ ਸਮਰਪਿਤ ਕਰਨ ਵੱਲ ਜ਼ੋਰ ਸਾਰਿਆਂ ਦਾ ਲੱਗਾ ਤੇ ਤਨ ਮਨ ਵੱਲ ਕਿਸੇ ਦਾ ਖਿਆਲ ਨਹੀਂ। ਪਹਿਲਾਂ ਤਨ ਹੈ, ਪਹਿਲਾਂ ਸਰੀਰ ਦੀਆਂ ਇੰਦਰੀਆਂ ਨੂੰ ਗੁਰੂ ਵੱਲ ਸਮਰਪਿਤ ਕਰ ਦੇ, ਤਨ ਦੀਆਂ ਹਰਕਤਾਂ ਗੁਰੂ ਨੂੰ ਸਮਰਪਿਤ ਕਰ ਦੇ, ਫਿਰ ਮਨ ਦੇ ਫੁਰਨੇ ਗੁਰੂ ਨੂੰ ਸਮਰਪਿਤ ਕਰ ਦੇ। ਗੁਰੂ ਕਿਹਾ ਸਿੱਖਾ ਜਿੱਦਣ ਤਨ ਮਨ ਸਮਰਪਿਤ ਹੋ ਗਿਆ, ਸੱਚ ਜਾਣੀ, ਫਿਰ ਭਾਵਨਾ ਨਾਲ ਭਾਵੇਂ ਟਕਾ ਵੀ ਰੱਖਦੀ, ਗੁਰੂ ਨੇ ਪਾਤਸ਼ਾਹੀਆਂ ਦੇ ਦੇਣੀਆਂ। ਖਾਲਸਾ ਜੀ, ਗੁਰੂ ਅੱਗੇ ਸਮਰਪਿਤ ਹੋਣਾ ਆਉਣਾ ਚਾਹੀਦਾ। ਮੈਂ ਬੇਨਤੀ ਕਰਾਂ ਭਾਈ ਮਰਦਾਨਾ ਜੀ ਦੇ ਜੀਵਨ ਦੀ। ਭਾਈ ਮਰਦਾਨਾ ਜੀ ਦਾ ਬੜਾ ਹੀ ਪਿਆਰਾ ਬਚਨ ਹੈ। ਭਾਈ ਮਰਦਾਨਾ ਜੀ ਨੂੰ ਕਿਹਾ, ਭਾਈ ਸਾਹਿਬ ਗੁਰੂ ਨਾਨਕ ਦੇ ਰਬਾਬੀ ਹੋ, ਰਬਾਬ ਬੜੀ ਸੋਹਣੀ ਵਜਾਉਂਦੇ ਹੋ। ਖਾਲਸਾ ਜੀ, ਕੋਈ ਸਾਡੇ ਜਿਹਾ ਅਲਪਗ ਜੀਵ ਹੋਵੇ, ਮਾਣ ਨਾਲ ਕਵੇਗਾ ਮੈਂ ਰਬਾਬ ਸਿੱਖੀ ਹੈ, ਵਜਾਉਣਾ। ਭਾਈ ਮਰਦਾਨਾ ਜੀ ਦੇ ਨੇਤਰਾਂ 'ਚ ਜਲ ਆਇਆ, ਕਹਿਣ ਲੱਗੇ ਸੱਜਣਾ ਕੀ ਕਿਹਾ, ਮੈਂ ਗੁਰੂ ਕਾ ਰਬਾਬੀ ਹਾਂ? ਨਹੀਂ, ਮੈਂ ਰਬਾਬੀ ਨਹੀਂ। ਰਬਾਬ ਉਹ ਹੁੰਦਾ ਜਿਹੜਾ ਰਬਾਬ ਵਜਾਉਣੀ ਜਾਣਦਾ ਹੋਵੇ। ਮੈਂ ਰਬਾਬੀ ਨਹੀਂ, ਮੈਂ ਤੇ ਉਦਣ ਹੀ ਗੁਰੂ ਨਾਨਕ ਦੀ ਰਬਾਬ ਬਣ ਗਿਆ ਸਾਂ ਜਿੱਦਣ ਗੁਰੂ ਨਾਨਕ ਦੇ ਦੀਦਾਰੇ ਪਾਏ ਸਨ। ਮੈਂ ਰਬਾਬੀ ਨਹੀਂ, ਮੈਂ ਤੇ ਖੁਦ ਹੀ ਗੁਰੂ ਨਾਨਕ ਦੀ ਰਬਾਬ ਹਾਂ। ਮੇਰੇ ਤੇ ਕੇਵਲ ਹੱਥ ਹਿਲਦੇ ਆ, ਵਜਾਉਣ ਵਾਲਾ ਤੇ ਗੁਰੂ ਨਾਨਕ ਆਪ ਹੈ। ਇਸ ਤਰ੍ਹਾਂ ਸਮਰਪਿਤ ਜਿੱਦਣ ਹੋ ਜਾਵਾਂਗੇ ਖਾਲਸਾ ਜੀ, ਤੇ ਨਾਮ ਹਿਰਦੇ ਵਿੱਚ ਜ਼ਰੂਰ ਵਸ ਜਾਵੇਗਾ। ਤੇਰੇ ਨਾਮ ਵਿਟਹੁ ਬਲ ਜਾਈ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ, ਇਹ ਪਿਆਰੇ, ਜਿੱਥੇ ਮੈਂ ਤੇਰੇ ਤੋਂ ਵਾਰੇ ਜਾਣਾ, ਕੁਰਬਾਨ ਜਾਣਾ, ਉੱਥੇ ਸੱਚੇ ਪਾਤਸ਼ਾਹ ਮੈਂ ਤੇਰੇ ਮੁਬਾਰਕ ਨਾਮ ਤੋਂ ਵੀ ਵਾਰਨੇ ਜਾਣਾ। ਕਿਉਂਕਿ ਜਿਸਨੇ ਵੀ ਪਰਮਾਤਮਾ ਦੇ ਨਾਮ ਨੂੰ ਰਸਨਾ ਤੇ ਟਿਕਾਇਆ ਖਾਲਸਾ ਜੀ, ਉਹ ਫਿਰ ਸੰਸਾਰ ਦੀ ਮੁਹਤਾਜਗੀ ਨਹੀਂ ਕਰਦਾ, ਸੰਸਾਰ ਦਾ ਪਾਤਸ਼ਾਹ ਬਣ ਜਾਂਦਾ ਹੈ। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ,
ਖਾਲਸਾ ਜੀ, ਪਰਮਾਤਮਾ ਦੇ ਨਾਮ ਦੇ ਵਿੱਚ ਤਾਕਤ ਹੈ, ਕਲਾ ਹੈ, ਬਰਕਤ ਹੈ, ਰਹਿਮਤ ਹੈ। ਜਿਹੜਾ ਪਰਮਾਤਮਾ ਦੇ ਨਾਮ ਰਸਨਾ ਤੇ ਟਿਕਾ ਲਵੇ, ਪਰਮਾਤਮਾ ਉਹਨੂੰ ਫਿਰ ਆਪਣੇ ਵਰਗਾ ਹੀ ਬਣਾ ਲੈਂਦਾ ਹੈ। ਰਹਾਉ। ਵਿਸ਼ਰਾਮ ਦੇ ਕੇ ਸਤਿਗੁਰੂ ਗੁਰੂ ਅਮਰਦਾਸ ਜੀ ਅੱਗੇ ਬਖਸ਼ਿਸ਼ ਕਰਦੇ ਹਨ। ਹਮ ਸ਼ਬਦ ਮੁਏ ਸ਼ਬਦ ਮਾਰ ਜੀਵਾਲੇ ਭਾਈ, ਸ਼ਬਦੇ ਹੀ ਮੁਕਤ ਪਾਈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਹਮ ਸ਼ਬਦ ਮੁਏ ਸ਼ਬਦ ਮਾਰ ਜਿਵਾਲੇ ਭਾਈ। ਹਮ ਤੋਂ ਭਾਵ ਜਿਹੜੀ ਅੰਦਰ ਹੰਗਤਾ ਹੈ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਿਹੜੀ ਅੰਦਰ ਹੰਕਾਰ ਹੈ, ਹਉਮੈ ਹੈ, ਕਹਿੰਦੇ ਜਦੋਂ ਸ਼ਬਦ ਦਾ ਅਭਿਆਸ ਸ਼ੁਰੂ ਕਰ ਦਿੰਨੇ ਆ, ਅੰਦਰ ਦੀ ਹੰਗਤਾ ਵੀ ਮਰ ਜਾਂਦੀ ਹੈ, ਹੰਕਾਰ ਵੀ ਮਰ ਜਾਂਦਾ। ਹਮ ਸ਼ਬਦ ਮੁਏ ਸ਼ਬਦ ਮਾਰ ਜਿਵਾਲੇ ਭਾਈ। ਤੇ ਜਦੋਂ ਹੰਕਾਰ ਅੰਦਰਲਾ ਮਰ ਜਾਂਦਾ ਹੈ, ਫਿਰ ਕਹਿੰਦੇ ਰੱਬ ਦੇ ਘਰ ਦੇ ਵਿੱਚ ਨਵਾਂ ਜਨਮ ਹੁੰਦਾ ਸ਼ਬਦ ਦੀ ਬਰਕਤ ਦੇ ਨਾਲ। ਸ਼ਬਦ ਦੀ ਬਰਕਤ ਦੇ ਨਾਲ ਇੱਕ ਨਵਾਂ ਜਨਮ ਹੁੰਦਾ। ਮੈਂ ਬੇਨਤੀ ਕਰਾਂ, ਸੰਸਾਰ ਦੇ ਵਿੱਚ ਜਨਮ ਸਾਰਿਆਂ ਨੂੰ ਮਿਲਦਾ ਹੈ ਤੇ ਮਰਨ ਵੀ ਸਭ ਦਾ ਹੋਣਾ ਹੈ, ਪਰ ਸੱਚ ਜੇ ਖਾਲਸਾ ਜੀ ਇਸ ਸੰਸਾਰ 'ਚ ਦੁਨੀਆ 'ਚ ਆ ਕੇ ਜੀਵਨ ਪਦਵੀ ਉਹਨੂੰ ਮਿਲਦੀ ਆ ਜਿਹੜਾ ਨਾਮ 'ਚ ਸੁਰਤ ਜੋੜਦਾ। ਜਨਮ ਸਭ ਨੂੰ ਮਿਲੇਗਾ, ਮਰਨ ਸਭ ਦਾ ਹੋਵੇਗਾ, ਪਰ ਜੀਵਨ ਉਹਨੂੰ ਮਿਲਦਾ। ਜਾਕੋ ਹਰ ਰੰਗ ਲਾਗੋ ਇਸ ਯੁਗ ਮੇ ਸੋ ਕਹੀਅਤ ਹੈ ਸੂਰਾ, ਆਤਮ ਜੀਣੈ ਸਗਲ ਵਸਤਾ ਕੈ ਜਾਕਾ ਸਤਿਗੁਰ ਪੂਰਾ। ਜਿਨੇ ਅੰਦਰ ਨੂੰ ਜਿੱਤਿਆ ਮਨ ਜੀਤੈ, ਜਗ ਜੀਤ ਜਿਨੇ ਹੰਕਾਰ ਨੂੰ ਮਾਰਿਆ। ਆਨੰਦਪੁਰ ਸਾਹਿਬ ਦੀ ਧਰਤੀ ਤੇ ਚੋਜੀ ਪਿਆਰੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਅੰਦਰ ਇੱਕ ਸਿੱਖ ਆਇਆ, ਆ ਕੇ ਬੇਨਤੀ ਕੀਤੀ, ਪਾਤਸ਼ਾਹ ਸੰਗਤ ਵਿੱਚ ਆਉਂਦੇ ਆ, ਸੰਗਤ ਦੇ ਵਿੱਚ ਆ ਕਰਕੇ ਬਖਸ਼ਿਸ਼ ਕਿਵੇਂ ਮਿਲੇਗੀ, ਬਰਕਤ ਕਿਵੇਂ ਮਿਲੇਗੀ, ਰਹਿਮਤ ਕਿਵੇਂ ਹੋਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕੀਤੀ, ਸਤਿਗੁਰੂ ਨੇ 2 ਘੜੇ ਮੰਗਵਾਏ ਪਾਣੀ ਦੇ ਭਰੇ ਹੋਏ। ਸਤਿਗੁਰੂ ਨੇ ਦਰਬਾਰ ਦੇ ਵਿੱਚ ਪਾਣੀ ਦੇ 2 ਭਰੇ ਹੋਏ ਘੜੇ ਮੰਗਵਾਏ। ਉਸ ਸਿੱਖ ਨੂੰ ਇੱਕ ਹੱਥ ਦੇ ਨਾਲ ਪੱਥਰ ਦਿੱਤਾ, ਇੱਕ ਹੱਥ ਦੇ ਨਾਲ ਪਤਾਸਾ ਦਿੱਤਾ। ਸਤਿਗੁਰੂ ਕਹਿੰਦੇ ਇਹ ਪੱਥਰ ਇੱਕ ਘੜੇ ਦੇ ਵਿੱਚ ਪਾ ਤੇ ਦੂਸਰੇ ਘੜੇ ਦੇ ਵਿੱਚ ਪਤਾਸਾ ਪਾ ਦੇ, ਤੇ ਕੁਝ ਦੇਰ ਇਹਨਾਂ ਨੂੰ ਘੋਲ ਪਾਣੀ ਦੇ ਵਿੱਚ। ਸਤਿਗੁਰੂ ਦੇ ਬਚਨਾਂ ਤੇ ਪਹਿਰਾ ਦਿੰਦੇ ਹੋਏ ਸਿੱਖ ਨੇ ਉਸੇ ਤਰ੍ਹਾਂ ਕੀਤਾ। ਕੁਝ ਸਮੇਂ ਬਾਅਦ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਸਿੱਖਾ ਹੁਣ ਜਰਾ ਘੜੇ ਦੇ ਵਿੱਚੋਂ ਪੱਥਰ ਤੇ ਪਤਾਸਾ ਬਾਹਰ ਕੱਢ। ਸਿੱਖ ਨੇ ਖਾਲਸਾ ਜੀ ਉਸੇ ਤਰ੍ਹਾਂ ਕੀਤਾ। ਉਸ ਘੜੇ ਦੇ ਵਿੱਚ ਝਾਤ ਪਾਈ, ਪੱਥਰ ਤਿਉਂ ਦਾ ਤਿਉਂ ਸੀ। ਪੱਥਰ ਬਾਹਰ ਕੱਢਿਆ, ਪਾਤਸ਼ਾਹ ਨੂੰ ਵਿਖਾਇਆ। ਸਤਿਗੁਰੂ ਕਹਿਣ ਲੱਗੇ ਪਤਾਸਾ ਵੀ ਬਾਹਰ ਕੱਢ। ਜਦ ਦੂਸਰੇ ਘੜੇ ਵੱਲ ਵੇਖਿਆ, ਪਤਾਸਾ ਤੇ ਪਾਣੀ ਵਿੱਚ ਘੁਲ ਮਿਲ ਗਿਆ ਸੀ, ਨਜ਼ਰ ਨਾ ਆਇਆ। ਕਹਿਣ ਲੱਗਾ, ਪਾਤਸ਼ਾਹ ਪਤਾਸਾ ਤੇ ਘੁਲ ਮਿਲ ਗਿਆ। ਸਤਿਗੁਰੂ ਕਹਿਣ ਲੱਗੇ, ਬਸ ਸੰਗਤ ਦੇ ਵਿੱਚ ਵੀ ਰਹਿਮਤ ਉਹਦੇ ਤੇ ਹੀ ਹੁੰਦੀ ਹੈ ਜਿਹੜਾ ਪਤਾਸੇ ਦੀ ਮਿਠਾਸ ਦੀ ਨਿਮਰਤਾ ਲਿਆਵੇ, ਘੁਲ ਮਿਲ ਜਾਵੇ, ਮਿੱਠੇ ਬੋਲ ਬੋਲੇ, ਫਿੱਕਾ ਨਾ ਬੋਲੇ, ਉਹਦੇ ਤੇ ਰਹਿਮਤ ਹੁੰਦੀ ਹੈ। ਪਰ ਜਿਹੜਾ ਹੰਕਾਰ ਦਾ ਪੱਥਰ ਬਣ ਕੇ ਆ ਜਾਵੇ, ਉਹ ਸੰਗਤ ਵਿੱਚ ਘੁਲ ਮਿਲ ਨਹੀਂ ਸਕਦਾ, ਉਹਦੇ ਤੇ ਰਹਿਮਤ ਨਹੀਂ ਹੋ ਸਕਦੀ। ਗੁਰੂ ਕੀ ਸੰਗਤ ਦੇ ਵਿੱਚ ਝੁਕਣਾ ਆ ਜਾਵੇ ਖਾਲਸਾ ਜੀ, ਅੰਦਰੋਂ ਤੇ ਬਖਸ਼ਿਸ਼ ਜ਼ਰੂਰ ਹੋਵੇਗੀ, ਪਰ ਅੰਦਰੋਂ ਝੁਕਣਾ ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਆਉਂਦਾ ਨਹੀਂ। ਕਿਉਂਕਿ ਇੱਕ ਵਿਦਵਾਨ ਦੇ ਬੋਲ ਨੇ, ਜਿਸ ਸਿਜਦੇ ਕੋ ਤੂੰ ਗਿਰਾ ਸਮਝਤਾ ਹੈ ਖੁਦਾ ਦੇਤਾ ਹੈ ਜੋ ਲਾਖੋ ਸਿਜਦੋ ਸੇ ਹੈ ਨਿਰਾ। ਕਹਿੰਦੇ ਜਿਹੜਾ ਇੱਕ ਵਾਰ ਨਮਸਕਾਰ ਮੱਥਾ ਟੇਕ ਕੇ ਤੂੰ ਸੋਚਦਾ ਮੈਂ ਰੱਬ ਦੇ ਘਰ ਵਿੱਚ ਜਾ ਕੇ ਮੱਥਾ ਟੇਕ ਦਿੱਤਾ, ਬੜੀ ਵੱਡੀ ਗੱਲ ਕਰ ਲਈ। ਕਹਿੰਦੇ ਰੱਬ ਦਾ ਐਸੀਆਂ ਬਖਸ਼ਿਸ਼ਾਂ ਦਿੰਦਾ, ਤੂੰ ਲੱਖਾਂ ਵਾਰ ਕਰੋੜਾਂ ਵਾਰ ਉਸ ਪਰਮਾਤਮਾ ਦੇ ਦਰ ਤੇ ਆ ਕੇ ਸਿਜਦਾ ਕਰਦਾ ਰਹੋ, ਪਰ ਤਾਂ ਵੀ ਪਰਮਾਤਮਾ ਦੀ ਬਖਸ਼ਿਸ਼ਾਂ ਦਿੱਤੀਆਂ ਦਾ ਸ਼ੁਕਰ ਨਹੀਂ ਕੀਤਾ ਜਾਣਾ। ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ। ਸੋ ਸਤਿਗੁਰੂ ਕਹਿੰਦੇ ਭਾਈ ਸ਼ਬਦ ਦੀ ਬਰਕਤ ਦੇ ਨਾਲ ਹੰਗਤਾ ਮਰਦੀ ਹੈ, ਸ਼ਬਦ ਦੀ ਬਰਕਤ ਦੇ ਨਾਲ ਦੁਬਾਰਾ ਜਨਮ ਹੁੰਦਾ ਹੈ। ਭਾਈ ਦਇਆ ਰਾਮ ਜੀ ਆਏ, ਸੀਸ ਤਲੀ ਤੇ ਧਰਿਆ, ਸੀਸ ਗੁਰੂ ਨੂੰ ਸਮਰਪਿਤ ਕੀਤਾ ਖਾਲਸਾ ਜੀ, ਤੇ ਸਤਿਗੁਰੂ ਦੇ ਘਰ ਵਿੱਚ ਦੁਬਾਰਾ ਜਨਮ ਹੋਇਆ। ਦਇਆ ਸਿੰਘ ਬਣ ਗਏ, ਉਹ ਧਰਮ ਸਿੰਘ ਹੋ ਗਏ, ਹਿੰਮਤ ਸਿੰਘ ਹੋ ਗਏ, ਮੁਹਕਮ ਸਿੰਘ ਹੋ ਗਏ, ਸਾਹਿਬ ਸਿੰਘ ਹੋ ਗਏ। ਪਰ ਉਦੋਂ ਹੋਏ ਜਦੋਂ ਸੀਸ ਤਲੀ ਤੇ ਧਰਿਆ। ਮੈਂ ਇੱਕ ਹੋਰ ਬੇਨਤੀ ਕਰਾਂ ਕਿ ਵੇਖੋ ਗੁਰੂ ਸ਼ਬਦ ਦੇ ਵਿੱਚੋਂ ਤੇ ਬੜੀਆਂ ਸਿੱਖਿਆਵਾਂ ਮਿਲਦੀਆਂ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ
ਸਤਿਗੁਰੂ ਗੁਰੂ ਰਾਮਦਾਸ ਦੀ ਨਿਤ ਕਿਰਪਾ ਵਰਤਦੀ, ਰਹਿਮਤਾਂ ਵਰਤਦੀ ਹੈ। ਜਿਹੜਾ ਇਸ ਦਰਬਾਰ ਵਿੱਚ ਆ ਜਾਵੇ ਨਾ, ਉਹਨੂੰ ਤੇ ਮੰਗਣਾ ਵੀ ਨਹੀਂ ਪੈਂਦਾ, ਬਿਨਾਂ ਮੰਗਿਆ ਹੀ ਝੋਲੀ 'ਚ ਗੁਰੂ ਰਾਮਦਾਸ ਪਾ ਦਿੰਦੇ। ਇਸ ਅਸਥਾਨ ਤੇ ਅੰਮ੍ਰਿਤਸਰ ਦੀ ਧਰਤੀ ਤੇ 5 ਸਰੋਵਰ ਨੇ, ਰਾਮਸਰ ਸਾਹਿਬ, ਸੰਤੋਖਸਰ ਸਾਹਿਬ, ਬਬੇਕਸਰ ਸਾਹਿਬ, ਕੌਲਸਰ ਸਾਹਿਬ ਤੇ ਅੰਮ੍ਰਿਤਸਰ ਸਾਹਿਬ। ਜਿਸ ਅੰਮ੍ਰਿਤਸਰ ਸਾਹਿਬ ਦੇ ਰੋਜ਼ਾਨਾ ਦਰਸ਼ਨ ਇਸ਼ਨਾਨਾਂ ਦੀ ਅਰਦਾਸ ਵਿੱਚ ਮੰਗ ਕਰਦੇ ਹਾਂ। ਸਤਿਗੁਰੂ ਗੁਰੂ ਰਾਮਦਾਸ ਜੀ ਦੇ ਅਸਥਾਨ ਦੀ ਵਡਿਆਈ ਹੈ। ਸਰੋਵਰ 'ਚ ਜਿਹੜਾ ਇਸ਼ਨਾਨ ਕਰੇ ਉਹਦੇ ਜਨਮਾਂ ਜਨਮਾਂ ਦੇ ਦੁੱਖ ਜਿੱਥੇ ਕੱਟੇ ਜਾਂਦੇ ਨੇ। ਮੈਂ ਬੇਨਤੀ ਕਰਾਂ, ਸਰੋਵਰਾਂ ਦੇ ਨਾਮ ਦੀ ਜਿਹੜਾ ਵਿਚਾਰ ਹੀ ਕਰ ਲਵੇ, ਉਹਨੂੰ ਜੀਵਨ ਜੁਗਤੀ ਵੀ ਮਿਲ ਜਾਂਦੀ ਹੈ। ਸਭ ਤੋਂ ਪਹਿਲਾਂ ਸਤਿਗੁਰੂ ਨੇ ਕਿਹਾ, ਜੇ ਰੱਬ ਦੇ ਘਰ ਦੀ ਬਖਸ਼ਿਸ਼ ਲੈਣੀ ਹੈ, ਰਾਮਸਰ ਸਾਹਿਬ, ਰਾਮ ਦੇ ਰਮੇ ਹੋਏ ਰਾਮ ਦੇ, ਜ਼ਮੀ ਜ਼ਮਾਨ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਉਸ ਰਮੇ ਹੋਏ ਰਾਮ ਦੇ ਨਾਮ ਦੇ ਸਰੋਵਰ ਵਿੱਚ ਟੁੱਬੀਆਂ ਲਾ, ਨਾਮ ਦਾ ਅਭਿਆਸ ਕਰ, ਪਰਮਾਤਮਾ ਦੇ ਨਾਮ ਰੂਪੀ ਸਰੋਵਰ ਵਿੱਚ ਚੁੱਭੀ ਲਾ, ਜੇ ਬਖਸ਼ਿਸ਼ ਦਾ ਪਾਤਰ ਬਣਨਾ। ਤੇ ਜੇ ਹੁਣ ਚਾਹੁੰਦਾ ਵੀ ਨਾਮ ਹਿਰਦੇ ਵਿੱਚ ਟਿਕ ਜਾਵੇ, ਫਿਰ ਸੰਤੋਖ ਧਾਰਨ ਕਰ, ਸੰਤੋਖਸਰ ਸਾਹਿਬ, ਕਿਉਂਕਿ ਬਿਨਾ ਸੰਤੋਖ ਨਹੀਂ ਕਉ ਰਾਜੈ। ਸੰਤੋਖ ਤੋਂ ਬਿਨਾ ਖਾਲਸਾ ਜੀ ਅੰਦਰ ਟਿਕਾ ਨਹੀਂ ਆਉਂਦਾ। ਤੇ ਕਹਿੰਦੇ ਜੇ ਸੰਤੋਖ ਦਾ ਗੁਣ ਆ ਗਿਆ, ਸੰਤੋਖ ਦੀ ਬਖਸ਼ਿਸ਼ ਚਾਹੀਦੀ ਹੈ, ਸੰਤੋਖ ਦੀ ਵੀ ਕਿਰਪਾ ਚਾਹੀਦੀ ਹੈ, ਫਿਰ ਇੱਕ ਹੋਰ ਜੁਗਤੀ ਅਪਣਾਈ, ਬਬੇਕਸਰ ਸਾਹਿਬ। ਆਪਣੀ ਮੱਤ ਵਿੱਚ ਤਰਕ ਨਾ ਲਿਆਵੀਂ, ਵਿਵੇਕ ਲਿਆਵੀਂ, ਕਿਉਂਕਿ ਸਿੱਖ ਰੋਜ਼ਾਨਾ ਅਰਦਾਸ ਵਿੱਚ ਮੰਗਦਾ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ। ਖਾਲਸਾ ਜੀ, ਵਿਵੇਕ ਸਿੱਖ ਦੇ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਹੈ। ਸਤਿਗੁਰੂ ਕਹਿੰਦੇ ਪਰਮਾਤਮਾ ਦੇ ਰਾਮ ਦੇ ਨਾਮ ਦੇ ਵਿੱਚ ਚੁੱਭੀਆਂ ਲਾਈ ਸਰੋਵਰ ਦੇ ਵਿੱਚ, ਨਾਮ ਨੂੰ ਹਿਰਦੇ 'ਚ ਵਸਾਈ, ਸੰਤੋਖ ਧਾਰਨ ਕਰੀ, ਵਿਵੇਕ ਬੁੱਧੀ ਅਪਣਾਈ। ਤੇ ਕਹਿੰਦੇ ਜੀਵਨ ਦੇ ਵਿੱਚ ਸੰਸਾਰ ਵਿੱਚ ਇਸ ਤਰ੍ਹਾਂ ਵਿਚਰੀ। ਕੌਲਸਰ ਸਾਹਿਬ, ਜਿਵੇਂ ਕਮਲ ਦਾ ਫੁੱਲ ਖਾਲਸਾ ਜੀ ਸੰਸਾਰ ਦੇ ਵਿੱਚ ਖਿੜ ਜਾਂਦਾ ਹੈ, ਪਰ ਕਦੇ ਚੀਕੜ ਦੇ ਵਿੱਚ ਖਿੜ ਕੇ ਚੀਕੜ ਨੂੰ ਵੱਲ ਪ੍ਰਭਾਵਿਤ ਨਹੀਂ ਹੁੰਦਾ। ਆਪਣੀ ਮਹਿਕ, ਆਪਣੀ ਵਡਿਆਈ ਉਹ ਆਪਣੇ ਆਪ ਹੀ ਦੱਸਦਾ ਚੀਕੜ ਦੇ ਵਿੱਚ। ਕਹਿੰਦੇ ਇਸੇ ਤਰ੍ਹਾਂ ਤੂੰ ਵੀ ਜੀਵਨ ਦੇ ਵਿੱਚ ਵਿਸ਼ਿਆਂ ਵਿਕਾਰਾਂ ਦੇ ਚੀਕੜ ਦੇ ਵਿੱਚ ਇਸ ਤਰ੍ਹਾਂ ਰਹੀਂ। ਕਮਲ ਜਿਉਂ ਜਲ ਮਾਇਆ ਵਿੱਚ ਰਹਿ ਅਲੇਪ ਸਦਾ, ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ। ਬਿਖਮ ਮਾਰਗ ਚੱਲਣਾ, ਕਮਲ ਦੇ ਫੁੱਲ ਦੀ ਤਰ੍ਹਾਂ ਸਦਾ ਖਿੜਿਆ ਰਹੀਂ। ਸੁਣਿਆ ਦੁੱਖ ਪਾਪ ਕਾ ਨਾਸ, ਪਰਮਾਤਮਾ ਦੇ ਨਾਮ ਨੂੰ ਸੁਣ ਕੇ ਤੇਰੇ ਚਿਹਰੇ ਤੇ ਸਦਾ ਵਿਗਾਸ ਰਵੇ। ਨਾਨਕ ਭਗਤਾਂ ਸਦਾ ਵਿਗਾਸ, ਸਦਾ ਹੀ ਖੇੜਾ ਰਵੇ। ਤੇ ਕਹਿੰਦੇ ਜਦੋਂ ਰਾਮ ਦਾ ਨਾਮ ਹੋਵੇਗਾ, ਸੰਤੋਖ ਹੋਵੇਗਾ, ਵਿਵੇਕ ਹੋਵੇਗਾ, ਕਮਲ ਦੇ ਫੁੱਲ ਦੀ ਤਰ੍ਹਾਂ ਖਿੜਨਾ ਆ ਜਾਵੇਗਾ, ਫਿਰ ਕਹਿੰਦੇ ਅੰਮ੍ਰਿਤਸਰ ਸਾਹਿਬ ਉਸ ਅੰਮ੍ਰਿਤ ਦੀ ਪ੍ਰਾਪਤੀ ਹੋਵੇਗੀ, ਜਿਸ ਅੰਮ੍ਰਿਤ ਨੂੰ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਉਹ ਅੰਮ੍ਰਿਤ ਦੀ ਪ੍ਰਾਪਤੀ ਹੋਵੇਗੀ। ਤੇ ਜਿੱਦਣ ਇਹ 5 ਬਖਸ਼ਿਸ਼ਾਂ ਹੋ ਗਈਆਂ, ਫਿਰ ਉਹ ਵੀ ਹਰਮੰਦਰ ਮਿਲੇਗਾ। ਹਰਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਫਿਰ ਹਰਮੰਦਰ ਸਾਹਿਬ ਜਾ ਕੇ ਨਮਸਕਾਰ ਕਰੀ, ਤੇ ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਤੇਰੇ ਹਿਰਦੇ 'ਚ ਵੀ ਇੱਕ ਦਿਨ ਗੁਰੂ ਕੇ ਸ਼ਬਦ ਦਾ ਪ੍ਰਕਾਸ਼ ਜ਼ਰੂਰ ਹੋਵੇਗਾ। ਸੋ ਸਤਿਗੁਰੂ ਕਿਰਪਾ ਕਰਦੇ ਨੇ ਭਾਈ। ਸ਼ਬਦ ਦੀ ਬਰਕਤ ਦੇ ਨਾਲ ਹੀ ਹੰਕਾਰ ਮਰਦਾ ਹੈ, ਸ਼ਬਦ ਦੀ ਬਰਕਤ ਦੇ ਨਾਲ ਇਬਾਦਤ ਦੇ ਪਰਮਾਰਥ ਦੇ ਵਿੱਚ ਜੀਵਨ ਮਿਲਦਾ ਹੈ, ਔਰ ਸ਼ਬਦ ਦੀ ਬਰਕਤ ਦੇ ਨਾਲ ਹੀ ਮੁਕਤ ਪਦ ਪ੍ਰਾਪਤ ਹੁੰਦਾ ਹੈ। ਸਭ ਦੇ ਮਨ ਤਨ ਨਿਰਮਲ ਹੋਆ, ਹਰ ਵਸਿਆ ਮਨ ਆਈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸ਼ਬਦ ਦੀ ਬਰਕਤ ਦੇ ਨਾਲ ਸਾਡਾ ਜੋ ਮਨ ਹੈ, ਜੋ ਤਨ ਹੈ, ਨਿਰਮਲ ਹੋ ਜਾਂਦਾ ਹੈ, ਮੈਲ ਦੂਰ ਹੋ ਜਾਂਦੀ ਹੈ। ਹਰ ਵਸਿਆ ਮਨ ਆਈ, ਹਰੀ ਪਰਮਾਤਮਾ ਮਨ ਵਿੱਚ ਵਸ ਜਾਂਦਾ ਹੈ। ਮੈਲ ਤੇ ਬੜੀ ਤਰ੍ਹਾਂ ਦੀ ਲੱਗੀ ਹੈ, ਪਰ ਭਾਈ ਆਨੰਦ ਲਾਲ ਸਾਹਿਬ ਕਹਿੰਦੇ ਚੇਤੇ ਰੱਖੋ, ਮੌਜੋ ਦਰਿਆ ਗਰਚੇ ਦਰਮਾਨੀ ਜਾਂ ਕੇਸਤ। ਭਾਈ ਸਾਹਿਬ ਭਾਈ ਆਨੰਦ ਲਾਲ ਸਾਹਿਬ ਸੱਚੇ ਪਾਤਸ਼ਾਹ ਦਰਿਆ ਦਾ ਤੇ ਟੋਭੇ ਵਿੱਚ ਖੜੇ ਹੋਏ ਪਾਣੀ ਦਾ ਉਦਾਹਰਣ ਦਿੰਦੇ। ਭਾਈ ਆਨੰਦ ਲਾਲ ਜੀ ਕਹਿੰਦੇ ਜਿਵੇਂ ਦਰਿਆ ਦਾ ਪਾਣੀ ਵਹਿਣ ਦੇ ਵਿੱਚ ਤੁਰਿਆ ਜਾਵੇ ਤੇ ਸੋਹਣਾ ਸਾਫ਼ ਹੁੰਦਾ ਹੈ, ਸਵੱਛ ਹੁੰਦਾ ਹੈ, ਲੋਕਾਂ ਦੇ ਭਲੇ ਲਈ ਕੰਮ ਵੀ ਆਉਂਦਾ ਹੈ, ਪਰ ਜੇ ਕਿਤੇ ਉਛਲ ਕੇ ਟੋਭੇ ਵਿੱਚ ਜਾ ਡਿੱਗੇ ਤੇ ਟੋਭੇ ਵਿੱਚ ਖੜਾ ਹੋ ਜਾਵੇ, ਕਹਿੰਦੇ ਜਦੋਂ ਖੜਾ ਹੋ ਜਾਂਦਾ ਮੱਖੀ ਮੱਛਰ ਪੈਦਾ ਹੋ ਜਾਂਦੇ ਨੇ, ਗੰਦਗੀ ਪੈਦਾ ਹੋ ਜਾਂਦੀ ਹੈ। ਟੋਭੇ ਵਿੱਚ ਖੜਿਆ ਪਾਣੀ ਕਿਸੇ ਦੇ ਕੰਮ ਨਹੀਂ ਆਉਂਦਾ,
ਪਰ ਕਹਿੰਦੇ ਗੰਦਗੀ ਪੈਦਾ ਕਿਉਂ ਹੁੰਦੀ ਹੈ, ਕਿਉਂ ਉਹ ਕਿਸੇ ਦੇ ਕੰਮ ਨਹੀਂ ਆਉਂਦਾ? ਕਿਉਂਕਿ ਆਪਣੇ ਮੂਲ ਤੋਂ, ਦਰਿਆ ਤੋਂ ਟੁੱਟ ਜਾਂਦਾ ਹੈ, ਪਾਣੀ ਦੇ ਸੋਮੇ ਤੋਂ ਟੁੱਟ ਜਾਂਦਾ ਹੈ। ਸੱਚ ਹੈ ਖਾਲਸਾ ਜੀ, ਸਾਡਾ ਮਨ ਵੀ ਉਦੋਂ ਮੈਲਾ ਹੋ ਜਾਂਦਾ ਜਦੋਂ ਬਾਣੀ ਦੇ ਸੋਮੇ ਤੋਂ ਟੁੱਟ ਜਾਂਦੇ ਆ, ਜਦੋਂ ਗੁਰ ਸ਼ਬਦ ਦੇ ਦਰਿਆ ਤੋਂ ਟੁੱਟ ਜਾਂਦੇ ਆ, ਵਿਸ਼ਿਆਂ ਵਿਕਾਰਾਂ ਦੇ ਟੋਭੇ ਵਿੱਚ ਗਿਰ ਜਾਂਦੇ ਆ। ਗੁਰੂ ਅੱਗੇ ਅਰਦਾਸ ਕਰੀਏ ਕਿ ਪਾਤਸ਼ਾਹ ਸਾਡੇ 'ਚ ਤੇ ਤਾਕਤ ਨਹੀਂ, ਤੂੰ ਕਿਰਪਾ ਕਰਕੇ ਸਾਡੀ ਬਾਂਹ ਫੜ ਲੈ ਤੇ ਬਾਂਹ ਪਕੜ ਕੇ ਸਾਨੂੰ ਇਸ ਭਵਸਾਗਰ ਤੋਂ ਪਾਰ ਕਰਾ ਦੇ। ਸ਼ਬਦ ਗੁਰ ਦਾਤਾ ਜਿਤ ਮਨ ਰਾਤਾ, ਹਰ ਸਿਉ ਰਹਿਆ ਸਮਾਈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸ਼ਬਦ ਗੁਰ ਦਾਤਾ ਜਿਤ ਮਨ ਰਾਤਾ। ਕਹਿੰਦੇ ਇਹ ਸ਼ਬਦ ਗੁਰੂ ਬੜੀਆਂ ਦਾਤਾਂ ਦਾ ਮਾਲਕ ਹੈ। ਜਿਸ ਸ਼ਬਦ ਗੁਰੂ ਦੇ ਕਿਰਪਾ ਦੇ ਨਾਲ ਇਹ ਦਾਤ ਮਿਲਦੀ ਹੈ, ਸਾਡਾ ਮਨ ਪਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ। ਔਰ ਸਤਿਗੁਰੂ ਕਹਿੰਦੇ ਐਸੀ ਕਿਰਪਾ ਹੁੰਦੀ ਹੈ ਸ਼ਬਦ ਦੀ ਅਭਿਆਸ ਦੇ ਨਾਲ, ਸ਼ਬਦ ਦੀ ਬਰਕਤ ਦੇ ਨਾਲ, ਕਿ ਸਦਾ ਸਦਾ ਦੇ ਲਈ ਸਾਡਾ ਮਨ ਪਰਮਾਤਮਾ ਦੇ ਚਰਨਾਂ ਵਿੱਚ ਸਮਾ ਜਾਂਦਾ ਹੈ। ਸ਼ਬਦ ਨਾ ਜਾਣੇ ਸੇ ਅੰਨੇ ਬੋਲੇ, ਸੇ ਕਿਤੇ ਆਏ ਸੰਸਾਰਾ। ਪਰ ਸਤਿਗੁਰੂ ਕਹਿੰਦੇ ਸੰਸਾਰ ਵਿੱਚ ਜਿਹੜੇ ਸ਼ਬਦ ਦੀ ਸੋਝੀ ਨਹੀਂ ਰੱਖਦੇ, ਸ਼ਬਦ ਦਾ ਅਭਿਆਸ ਨਹੀਂ ਕਰਦੇ, ਕਹਿੰਦੇ ਸੇ ਅੰਨੇ ਬੋਲੇ, ਸੇ ਕਿਤੇ ਆਏ ਸੰਸਾਰਾ। ਉਹ ਅੰਨੇ ਨੇ, ਉਹ ਬੋਲੇ ਨੇ, ਜਿਨ੍ਹਾਂ ਨੂੰ ਸ਼ਬਦ ਨਜ਼ਰ ਨਹੀਂ ਆਉਂਦਾ, ਸ਼ਬਦ ਸੁਣਦਾ ਨਹੀਂ। ਕਹਿੰਦੇ ਉਹ ਸੰਸਾਰ ਵਿੱਚ ਕਰਨ ਕੀ ਆਏ ਨੇ? ਕਵਣ ਕਾਜ ਸਿਰ ਜੇ ਜਗ ਭੀਤਰ, ਜਨਮ ਕਵਣ ਫਲ ਪਾਇਆ। ਸੱਚ ਹੈ ਸ਼ਬਦ ਦੇ ਅਭਿਆਸ ਜਿਹਦੇ ਕੋਲ ਨਹੀਂ, ਉਹ ਗੂੰਗਾ ਵੀ ਹੈ, ਉਹ ਅੰਨਾ ਵੀ ਹੈ, ਬੋਲਾ ਵੀ ਹੈ। ਇਸੇ ਕਰਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਕਬਿਓ ਬਾਚ ਬੇਨਤੀ ਚੌਪਈ ਸਾਹਿਬ ਦੇ ਵਿੱਚ ਬਚਨ ਕੀਤੇ, ਸੁਨੈ ਗੁੰਗ ਜੋ ਯਾਹੇ ਸੋ ਰਸਨਾ ਪਾਵਈ, ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ। ਸਤਿਗੁਰੂ ਕਹਿੰਦੇ ਪਰਮਾਤਮਾ ਦੇ ਨਾਮ ਵਿੱਚ ਤਾਕਤ ਹੈ। ਜਿਹਨੂੰ ਬੋਲਣਾ ਨਾ ਆਉਂਦਾ ਹੋਵੇ, ਜਿਹੜਾ ਗੂੰਗਾ ਹੋਵੇ, ਉਹ ਸ਼ਬਦ ਸੁਣ ਲਵੇ, ਗੁਰੂ ਦੇ ਸ਼ਬਦ ਦੀ ਤਾਕਤ ਬੋਲਣ ਲਾ ਦਿੰਦੀ ਹੈ। ਖਾਲਸਾ ਜੀ ਇੱਥੇ ਕਲਾ ਵਰਤਦੀ ਹੈ, ਕਲਾ ਜ਼ਾਹਰ ਕਲਾ, ਗੁਰੂ ਦੇ ਸ਼ਬਦ ਵਿੱਚ ਤਾਕਤ ਹੈ। ਤਾਂ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਛੱਜੂ ਝੀਵਰ ਦੇ ਸਿਰ ਤੇ ਸੋਟੀ ਰੱਖ ਕੇ, ਛੜੀ ਰੱਖ ਕੇ, ਮਿਹਰ ਭਰੀ ਅੰਮ੍ਰਿਤ ਦ੍ਰਿਸ਼ਟੀ ਪਾ ਕਰਕੇ ਉਸ ਛੱਜੂ ਝੀਵਰ ਤੋਂ ਅਗੰਮ ਦੀ ਕਥਾ ਕਰਵਾ ਲੈਂਦੇ ਨੇ। ਤੇ ਦੂਸਰੀ ਮੈਂ ਬੇਨਤੀ ਕਰਾਂ, ਆਪਾਂ ਕਵਾਂਗੇ ਸੁਨੈ ਗੁੰਗ ਜੋ ਯਾਹੇ ਸੋ ਰਸਨਾ ਪਾਵਈ। ਗੁੰਗੇ ਨੂੰ ਕਿਹਾ, ਅਸੀਂ ਇੱਥੇ ਬੋਲਦੇ ਹਾਂ, ਪਰ ਮੈਂ ਬੇਨਤੀ ਕਰਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਉਹ ਸਾਰੇ ਹੀ ਗੁੰਗੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਦੇ, ਜਾਪ ਸਾਹਿਬ ਦਾ ਪਾਠ ਨਹੀਂ ਕਰਦੇ, ਵਾਹਿਗੁਰੂ ਗੁਰੂ ਸਿਮਰਨ ਦਾ ਅਭਿਆਸ ਨਹੀਂ ਕਰਦੇ, ਸਾਰੇ ਹੀ ਗੁੰਗੇ। ਸਤਿਗੁਰੂ ਕਹਿੰਦੇ ਇਸ ਕਰਕੇ ਨਾ, ਜਦੋਂ ਕੀਰਤਨ ਹੁੰਦਾ ਹੋਵੇ, ਕਥਾ ਹੁੰਦੀ ਹੋਵੇ, ਤੇ ਉਦੋਂ ਜਾ ਕਰਕੇ ਕਥਾ ਕੀਰਤਨ ਸੁਣਿਆ ਕਰ, ਕਿਉਂਕਿ ਜਿਹੜੀ ਗੂੰਗੀ ਜ਼ਬਾਨ ਪਰਮਾਤਮਾ ਦੇ ਗੁਣ ਗਾ ਨਹੀਂ ਸਕਦੀ, ਕੋਈ ਸ਼ਬਦ ਸੁਣਨ ਲੱਗ ਜਾਵੇ, ਇਹ ਗੂੰਗੀ ਜ਼ਬਾਨ ਵੀ ਪਰਮਾਤਮਾ ਦੇ ਗੁਣ ਗਾਣ ਲੱਗ ਜਾਂਦੀ ਹੈ। ਸਤਿਗੁਰੂ ਕਹਿੰਦੇ ਹੇ ਭਾਈ, ਜੇ ਸ਼ਬਦ ਨਹੀਂ ਜਾਣਿਆ, ਸ਼ਬਦ ਦਾ ਅਭਿਆਸ ਨਹੀਂ ਕੀਤਾ, ਤਾਂ ਅੰਨੇ ਬੋਲੇ ਹਾਂ ਸੰਸਾਰ ਤੇ ਸੰਸਾਰ ਤੇ ਉਹ ਲੋਕ ਕਰਨ ਕੀ ਆਏ ਨੇ, ਜਿਨ੍ਹਾਂ ਨੇ ਹਾਲੇ ਤੱਕ ਵੀ ਸ਼ਬਦ ਨੂੰ ਗਲਵਕੜੀ ਵਿੱਚ, ਕੰਠ ਦੇ ਵਿੱਚ ਨਹੀਂ ਵਸਾਇਆ। ਹਰ ਰਸ ਨਾ ਪਾਇਆ, ਬਿਰਥਾ ਜਨਮ ਗਵਾਇਆ, ਜੰਮੇ ਵਾਰੂ ਵਾਰਾ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਦੇ ਹਰੀ ਦੇ ਨਾਮ ਰਸ ਨੂੰ ਹਾਲੇ ਤੱਕ ਪ੍ਰਾਪਤ ਨਹੀਂ ਕੀਤਾ, ਉਹਨਾਂ ਦਾ ਜਨਮ ਸੰਸਾਰ ਦੇ ਵਿੱਚ ਵਿਅਰਥ ਜਾ ਰਿਹਾ ਹੈ। ਅਜਾਈਂ ਉਹ ਲੋਕ ਆਪਣਾ ਜਨਮ ਗਵਾ ਰਹੇ ਹਨ। ਜੰਮੇ ਵਾਰੂ ਵਾਰਾ। ਔਰ ਕਹਿੰਦੇ ਕੇਵਲ ਜਨਮ ਨਹੀਂ ਗਵਾਉਂਦੇ, ਕੇਵਲ ਇਸ ਸਵਾਸਾਂ ਨੂੰ ਵਿਅਰਥ ਨਹੀਂ ਗਵਾ ਰਹੇ, ਕਹਿੰਦੇ ਦੁਬਾਰਾ ਫਿਰ ਜੰਮਦੇ ਨੇ, ਮਰਦੇ ਨੇ, ਜੰਮਦੇ ਨੇ, ਮਰਦੇ ਨੇ। ਇਸੇ ਕਾਲ ਦੀ ਘੁੰਮਣ ਕੇਰੀ ਦੇ ਵਿੱਚ ਉਲਝੇ ਰਹਿੰਦੇ ਨੇ, ਤੇ ਕਹਿੰਦੇ ਸੰਸਾਰ ਦੇ ਵਿੱਚ ਬੋਲਿਆਂ ਦੀ ਤਰ੍ਹਾਂ ਤੁਰੇ ਫਿਰਦੇ ਨੇ, ਪਰ ਸੋਝੀ ਕੋਈ ਨਹੀਂ ਹੁੰਦੀ। ਬਿਸਟਾ ਕੇ ਕੀੜੇ ਬਿਸਟਾ ਮਾਹੇ ਸਮਾਣੇ, ਮਨਮੁਖ ਮੁਗਧ ਗੁਬਾਰਾ। ਕਹਿੰਦੇ ਜਿਸ ਤਰ੍ਹਾਂ ਗੰਦਗੀ ਦੇ ਕੀਟ, ਗੰਦਗੀ ਦੇ ਕੀੜੇ ਗੰਦਗੀ ਵਿੱਚ ਹੀ ਰਹਿੰਦੇ ਨੇ, ਕਦੇ ਬਾਹਰ ਨਹੀਂ ਨਿਕਲ ਸਕਦੇ। ਕਹਿੰਦੇ ਜਿਹੜੇ ਲੋਕ ਸ਼ਬਦ ਦਾ ਅਭਿਆਸ ਨਹੀਂ ਕਰਦੇ, ਜਿਹੜੇ ਨਿਤਨੇਮ ਨਹੀਂ ਕਰਦੇ, ਸਹਿਜ ਪਾਠ ਨਹੀਂ ਕਰਦੇ, ਮਨਮੁਖ ਹੋ ਜਾਂਦੇ ਨੇ, ਗੁਰੂ ਵੱਲ ਮੁਖ ਨਹੀਂ ਕਰਦੇ, ਉਹ ਵੀ ਗੰਦਗੀ ਦੇ ਕੀੜਿਆਂ ਦੀ ਤਰ੍ਹਾਂ ਸਦਾ ਵਿਕਾਰਾਂ ਦੀ ਗੰਦਗੀ ਵਿੱਚ ਉਲਝੇ ਹੀ ਰਹਿੰਦੇ ਹਨ। ਆਪੇ ਕਰ ਵੇਖੈ ਮਾਰਗ ਲਾਏ ਭਾਈ, ਤਿਸ ਬਿਨ ਅਵਰ ਨਾ ਕੋਈ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ
ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੀ ਹੈ ਜਿਹੜਾ ਜਨਮ ਦੇ ਰਿਹਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੀ ਸੰਸਾਰ ਦੀ ਉਤਪਤੀ ਕਰ ਰਿਹਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੀ ਸੰਸਾਰ ਦੀ ਅਗੰਮੀ ਖੇਡ ਰਚ ਕੇ ਇਹ ਕੱਲੀ ਕੱਲੀ ਖੇਡ ਨੂੰ ਵੇਖ ਰਿਹਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੀ ਫਿਰ ਸੰਸਾਰ ਤੋਂ ਇੱਕ ਦਿਨ ਕੂਚ ਹੋਣ ਦਾ ਸੱਦਾ ਦੇ ਦਿੰਦਾ ਹੈ, ਫਾਨੀ ਸੰਸਾਰ ਤੋਂ ਅਲਵਿਦਾ ਕਰਾਉਂਦਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੋਂ ਬਿਨਾਂ ਸੰਸਾਰ ਦੇ ਤਖਤੇ ਦੇ ਉੱਪਰ ਹੋਰ ਕੋਈ ਵੀ ਨਹੀਂ। ਇਹ ਪਰਮਾਤਮਾ ਹੀ ਹੈ ਜਿਹੜਾ ਰਹਿਮਤਾਂ ਕਰ ਰਿਹਾ। ਕਲਗੀਧਰ ਪਾਤਸ਼ਾਹ ਦੇ ਮੁਬਾਰਕ ਬੋਲ ਨੇ, ਤੂੰ ਰਾਜ਼ ਰੋਜ਼ੀ ਦੇਹੋ ਦਸਤਗੀਰ, ਕਰੀਮੇ ਖਤਾ ਬਖਸ਼ ਦਾਨਸ ਪਜ਼ੀਰ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਇਹ ਪਾਤਸ਼ਾਹ, ਇਹ ਖੁਦਾ ਤੂੰ ਹੀ ਹੈ ਜਿਹੜਾ ਸੰਸਾਰ ਦੇ ਲੋਕਾਂ ਨੂੰ ਰੋਜ਼ੀ ਦੇ ਰਿਹਾ, ਰਿਜ਼ਕ ਦੇ ਰਿਹਾ, ਪਹਿਨਣ ਲਈ ਵਸਤਰ ਦੇ ਰਿਹਾ, ਛਕਣ ਲਈ ਭੋਜਨ ਦੇ ਰਿਹਾ, ਲੋਕਾਂ ਦੀਆਂ ਭੁੱਲਾਂ ਗਲਤੀਆਂ ਮੁਆਫ ਕਰ ਰਿਹਾ। ਕਲਗੀਧਰ ਪਾਤਸ਼ਾਹ ਕਹਿੰਦੇ, ਕੇਵਲ ਭੁੱਲਾਂ ਮੁਆਫ ਹੀ ਨਹੀਂ ਕਰਦਾ, ਪਰਮਾਤਮਾ ਐਡਾ ਦਿਆਲੂ ਕਿਰਪਾਲੂ ਹੈ, ਭੁੱਲਾਂ ਮੁਆਫ ਕਰਕੇ ਜਿਹੜਾ ਉਹਦੇ ਦਰ ਤੇ ਝੁਕ ਜਾਂਦਾ ਨਾ, ਉਹਦੀ ਬਾਹ ਫੜ ਕੇ ਉਹਨੂੰ ਫਿਰ ਸੰਸਾਰ ਦੀ ਘੁੰਮਣ ਕੇਰੀ ਤੋਂ ਬਾਹਰ ਕੱਢ ਦਿੰਦਾ। ਇਹ ਕਿਰਪਾ ਹੁੰਦੀ ਹੈ। ਸੋ ਸਤਿਗੁਰੂ ਕਹਿੰਦੇ, ਸੰਸਾਰ ਦੇ ਵਿੱਚ ਗੰਦਗੀ ਦੇ ਕੀੜਿਆਂ ਦੀ ਤਰ੍ਹਾਂ ਉਹ ਲੋਕ ਹੋ ਜਾਂਦੇ ਨੇ ਜਿਹੜੇ ਸ਼ਬਦ ਦਾ ਅਭਿਆਸ ਨਹੀਂ ਕਰਦੇ, ਔਰ ਪਰਮਾਤਮਾ ਤੋਂ ਬਿਨਾਂ ਸੰਸਾਰ ਦੇ ਤਖਤੇ ਤੇ ਕੋਈ ਵੀ ਨਹੀਂ ਜਿਹੜਾ ਸੰਸਾਰ ਰੂਪੀ ਭਵਸਾਗਰ ਤੋਂ ਪਾਰ ਕਰਾ ਦਵੇ। ਜੋ ਧੁਰ ਲਿਖਿਆ ਸੋ ਕੋਈ ਨਾ ਮਿਟੈ ਪਾਈ, ਕਰਤਾ ਕਰੇ ਸੋ ਹੋਈ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ, ਜੋ ਧੁਰ ਲਿਖਿਆ ਸੋ ਕੋਏ ਨਾ ਮੇਟੈ ਭਾਈ। ਜੋ ਪਰਮਾਤਮਾ ਨੇ ਧੁਰੋਂ ਦਰਗਾਹੋਂ ਤੇਰੇ ਕਰਮ ਲੇਖ ਲਿਖੇ ਨੇ, ਉਹ ਸੰਸਾਰ ਦੇ ਵਿੱਚ ਕੋਈ ਮੇਟ ਨਹੀਂ ਸਕਦਾ। ਕਰਤਾ ਕਰੇ ਸੋ ਹੋਈ। ਸੰਸਾਰ ਦੇ ਵਿੱਚ ਪਰਮਾਤਮਾ ਦੇ ਲਿਖੇ ਹੋਏ ਮੇਟਣ ਦੀ ਤਾਕਤ ਕਿਸੇ ਨੂੰ ਨਹੀਂ, ਪਰ ਹਾਂ ਪਰਮਾਤਮਾ ਤੇ ਪਰਮਾਤਮਾ ਦੇ ਕਿਸੇ ਪੂਰਨ ਪਿਆਰੇ ਦੀ ਸੰਗਤ ਹੋ ਜਾਵੇ ਨਾ, ਤੇ ਖਾਲਸਾ ਜੀ ਉਹ ਰੇਖਾ ਵੀ, ਉਹ ਲੇਖ ਮਿਟਾ ਸਕਦਾ ਹੈ ਮਾੜੇ। ਮੈਂ ਬੇਨਤੀ ਕਰਾਂ, ਜਿਹੜਾ ਜੋੜੇ ਘਰ ਵਿੱਚ ਸੇਵਾ ਕਰ ਲਵੇ, ਜੋੜੇ ਘਰ ਦੇ ਵਿੱਚ ਜਾ ਕੇ ਸੰਗਤ ਦੀ ਧੂੜੀ ਮਸਤਕ ਤੇ ਲਾ ਲਵੇ, ਮੱਥੇ ਤੇ ਲਾ ਲਵੇ, ਸੱਚ ਜਾਣਿਓ ਸੰਗਤ ਦੀ ਧੂੜੀ ਫਿਰ ਰਬੜ ਦਾ ਕੰਮ ਕਰ ਦਿੰਦੀ ਹੈ। ਸੰਗਤ ਦੀ ਧੂੜੀ ਲਿਖੇ ਹੋਏ ਸਾਰੇ ਮਾੜੇ ਕਰਮ, ਮਾੜੇ ਲੇਖ ਮਿਟਾ ਦਿੰਦੀ ਹੈ। ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਆਵਰ ਨਾ ਦੂਜਾ ਕੋਈ। ਹੁਣ ਸਤਿਗੁਰੂ ਗੁਰੂ ਅਮਰਦਾਸ ਕਹਿੰਦੇ, ਜਦੋਂ ਹਿਰਦੇ ਦੇ ਵਿੱਚ ਨਾਮ ਵਸ ਜਾਂਦਾ ਹੈ, ਮਨ ਦੇ ਅੰਦਰ ਦ੍ਰਿੜ ਹੋ ਜਾਂਦਾ ਹੈ, ਫਿਰ ਕਹਿੰਦੇ ਅਵਰ ਨਾ ਦੂਜਾ ਕੋਈ, ਫਿਰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕਣਾ ਹੋਰ। ਜਿਹੜੇ ਪਰਮਾਤਮਾ ਦੀਆਂ ਸੁਹਾਗਣਾ ਬਣ ਜਾਂਦੀਆਂ, ਉਹ ਫਿਰ ਦਰ ਦਰ ਤੇ ਨਹੀਂ ਭਟਕਦੀਆਂ, ਉਹ ਪਰਮਾਤਮਾ ਦੇ ਦਰ ਨਾਲ ਜੁੜੀਆਂ ਰਹਿੰਦੀਆਂ। ਸੱਚ ਹੈ, ਜਿਹੜੇ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਝੁਕ ਜਾਂਦੇ ਨੇ ਨਾ, ਉਹਨਾਂ ਨੂੰ ਕਿਤੇ ਹੋਰ ਜਾ ਕੇ ਮੰਗਣ ਦੀ ਲੋੜ ਨਹੀਂ ਪੈਂਦੀ। ਖਾਲਸਾ ਜੀ ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ, ਇਹ ਗੁਰੂ ਰਾਮਦਾਸ ਦੇ ਦਰ ਦੇ ਤੇ ਜਿਹੜੇ ਮੰਗਤੇ ਨੇ ਨਾ, ਮੰਗਤੇ ਉਹ ਵੀ ਪਾਤਸ਼ਾਹੀਆਂ ਵੰਡਣ ਦੀ ਤਾਕਤ ਰੱਖਦੇ ਨੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ ਵਿੱਚ ਜਿਹੜਾ ਆ ਕੇ ਮੰਗਣ ਲੱਗ ਜਾਂਦਾ ਹੈ, ਸੱਚ ਹੈ ਇਹ ਉਸ ਦਾਤੇ ਦਾ ਦਰ ਹੈ ਜਿਹੜਾ ਇਸ ਦਰ ਦਾ ਮੰਗਤਾ ਬਣ ਜਾਵੇ। ਇਹ ਦਰ ਦੁਨੀਆ ਦਾ ਮੰਗਤਾ ਨਹੀਂ ਬਣਨ ਦਿੰਦਾ, ਦੁਨੀਆ ਦਾ ਬਾਦਸ਼ਾਹ ਬਣਾ ਦਿੰਦਾ। ਖਾਲਸਾ ਜੀ, ਇਸ ਕਰਕੇ ਸਤਿਗੁਰੂ ਕਿਰਪਾ ਕਰਨ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਡੇ ਹਿਰਦੇ ਵਿੱਚ ਨਾਮ ਵਸ ਜਾਵੇ। ਅੱਜ ਦੇ ਪਾਵਨ ਮੁਖਵਾਕ ਦੀ ਵਿਚਾਰ ਇੱਥੇ ਸੰਪੂਰਨ ਹੁੰਦੀ ਹੈ। ਆਓ ਜੋ ਇਸ ਪਾਵਨ ਪਵਿੱਤਰ ਅਸਥਾਨ ਤੋਂ ਅਕਾਲੀ ਬਾਣੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਲੜੀਵਾਰ ਵਿਚਾਰ ਆਪ ਸੰਗਤ ਰੋਜ਼ਾਨਾ ਸਰਵਣ ਕਰਦੇ ਹੋ, ਜੋ ਕਿ 896 ਅੰਗ ਦੇ ਉੱਪਰ ਪਹੁੰਚ ਚੁੱਕੀ ਹੈ। ਆਓ ਉਸ ਸ਼ਬਦ ਨੂੰ ਸਰਵਣ ਕਰੀਏ ਜੀ। ਰਾਮ ਕਲੀ ਮਹੱਲਾ ਪੰਜਵਾ, ਬਿਰਥਾ ਪਰਵਾਸਾ ਲੋਕ। ਅੱਜ ਦੇ ਪਾਵਨ ਪਵਿੱਤਰ ਸ਼ਬਦ ਨੂੰ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਆਪਣੀ ਮੁਬਾਰਕ ਰਸਨਾ ਤੋਂ ਰਾਮ ਕਲੀ ਰਾਗ 'ਚ ਉਚਾਰਨ ਕਰਦੇ ਨੇ, ਔਰ ਇਹ ਸਮਝਾਉਣਾ ਕਰਦੇ ਨੇ, ਭਾਈ ਸੰਸਾਰ ਦੇ ਲੋਕਾਂ ਦਾ ਜੋ ਪਰਵਾਸਾ ਹੈ, ਜੋ ਆਸ ਹੈ, ਉਹ ਵਿਅਰਥ ਹੈ। ਸੰਸਾਰ ਦੇ ਲੋਕ ਦੁੱਖਾਂ ਦੇ ਵਿੱਚ ਨਾਲ ਨਹੀਂ ਖੜਦੇ, ਪਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਐਸਾ ਹੈ ਜਿਹੜਾ ਦੁੱਖਾਂ ਦੇ ਵਿੱਚ ਕਦੇ ਕੱਲਾ ਪੈਣ ਹੀ ਨਹੀਂ ਦਿੰਦਾ।
ਪਰਮਾਤਮਾ ਦਾ ਨਾਮ ਕਦੇ ਕੱਲਿਆਂ ਨਹੀਂ ਹੋਣ ਦਿੰਦਾ ਆਪਣੇ ਪਿਆਰਿਆਂ ਨੂੰ। ਠਾਕੁਰ ਪ੍ਰਭ ਤੇਰੀ ਟੇਕ। ਸਤਿਗੁਰੂ ਕਹਿੰਦੇ ਇਸ ਕਰਕੇ ਠਾਕੁਰ ਪ੍ਰਭ ਤੇਰੀ ਟੇਕ, ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੀ ਟੇਕ ਟਕਾ। ਧਰ ਜੀਅਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ। ਪਰਮਾਤਮਾ ਦੀ ਟੇਕ ਕਿਸੇ ਦੀ ਮੁਹਤਾਜਗੀ ਨਹੀਂ ਰਹਿਣ ਦਿੰਦੀ। ਆਵਰ ਛੂਟੀ ਸਭ ਆਸ। ਕਿਉਂਕਿ ਸੰਸਾਰ ਦੇ ਵਿੱਚ ਸੱਚ ਹੈ, ਕਈ ਵਾਰ ਜੀਵਨ ਦੇ ਵਿੱਚ ਐਸਾ ਸਮਾਂ ਆ ਜਾਂਦਾ ਹੈ ਜਦੋਂ ਸਾਰੇ ਸਾਥ ਛੱਡ ਦਿੰਦੇ ਨੇ। ਖਾਲਸਾ ਜੀ, ਮੈਂ ਬੇਨਤੀ ਕਰਾਂ, ਇੱਕ ਬਹੁਤ ਹੀ ਪਿਆਰਾ ਬਚਨ ਮਹਾਂਪੁਰਖਾਂ ਨੇ ਸੁਣਾਇਆ। ਕੋਈ ਮਹਾਂਪੁਰਖ ਬਹੁਤ ਤਬੀਅਤ ਕਰਕੇ ਬਿਮਾਰ ਹੋ ਗਏ ਤਾਂ ਦਿੱਲੀ ਹਸਪਤਾਲ ਡਾਕਟਰ ਦੇ ਕੋਲ ਇਲਾਜ ਕਰਨ ਵਾਸਤੇ ਗਏ। ਇਸਲਾਮ ਮਤ ਦਾ ਉਹ ਡਾਕਟਰ ਸੀ। ਕਹਿੰਦੇ ਉਸ ਡਾਕਟਰ ਨੇ ਵੀ ਜਵਾਬ ਦੇ ਦਿੱਤਾ ਵੀ ਹੁਣ ਦਵਾ ਨਾਲ ਗੱਲ ਨਹੀਂ ਬਣਨੀ, ਦੁਆ ਨਾਲ ਗੱਲ ਬਣੇਗੀ। ਕਹਿਣ ਲੱਗੇ, ਜਦੋਂ ਡਾਕਟਰ ਨੇ ਇਸ ਤਰ੍ਹਾਂ ਕਿਹਾ, ਗੁਰਦੁਆਰਾ ਬੰਗਲਾ ਸਾਹਿਬ ਗਏ, ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ, ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਕਹਿੰਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰ ਦਾ ਪਾਵਨ ਜਲ ਛਕਿਆ, ਅੰਮ੍ਰਿਤ ਜਲ ਛਕਿਆ। ਦੁਬਾਰਾ ਫਿਰ ਡਾਕਟਰ ਦੇ ਕੋਲ ਗਏ, ਟੈਸਟ ਕਰਾਏ ਤੇ ਕਹਿੰਦੇ ਡਾਕਟਰ ਕਹਿੰਦਾ, ਇਹ ਦੱਸੋ ਵੀ ਕਿਸ ਮੁਰਸ਼ਦ ਦੇ ਦਰ ਤੇ ਜਾ ਕੇ ਦੁਆ ਕੀਤੀ ਸੀ। ਕਹਿਣ ਲੱਗੇ, ਗੁਰਦੁਆਰਾ ਬੰਗਲਾ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰ ਤੇ ਜਾ ਕੇ ਅਰਦਾਸ ਕੀਤੀ। ਕਹਿੰਦੇ ਹੋਇਆ ਕੀ? ਕਹਿੰਦੇ ਬਸ ਤੁਹਾਡਾ ਮੁਰਸ਼ਦ ਬੜਾ ਵਲੀ ਹੈ, ਮੁਰਸ਼ਦ ਬੜਾ ਹੀ ਕਿਰਪਾ ਰਹਿਮਤਾਂ ਵਰਤਾਉਣ ਵਾਲਾ ਹੈ। ਜਿਸ ਮੁਰਸ਼ਦ ਦੇ ਦਰ ਤੇ ਗਏ ਸੋ ਉਹਨੇ ਇੱਕ ਖਿਣ ਵੀ ਨਹੀਂ ਲਾਇਆ, ਤੁਹਾਡੇ ਸਾਰੇ ਦੁੱਖ ਹੀ ਖਤਮ ਕਰ ਦਿੱਤੇ ਨੇ। ਪਰ ਖਾਲਸਾ ਜੀ, ਉਸ ਡਾਕਟਰ ਨੇ ਇੱਕ ਗੱਲ ਬੜੀ ਵੱਡੀ ਕਹੀ। ਕਹਿੰਦਾ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਤੁਹਾਡੀ। ਤੁਹਾਨੂੰ ਪਤਾ ਹੈ ਤੁਹਾਡਾ ਗੁਰੂ ਹਰ ਇੱਕ ਤਾਕਤ ਦਾ ਮਾਲਕ ਹੈ, ਰਹਿਮਤ ਦਾ ਮਾਲਕ ਹੈ, ਪਰ ਤੁਸੀਂ ਵੀ ਗੁਰੂ ਦਾ ਬੂਹਾ ਉਦੋਂ ਖੜਕਾਉਂਦੇ ਹੋ ਜਦੋਂ ਸਾਰੇ ਬੂਹੇ ਬੰਦ ਹੋ ਜਾਂਦੇ ਨੇ। ਕਹਿੰਦੇ ਪਹਿਲਾਂ ਹੀ ਕਿਉਂ ਨਾ ਉਹ ਗੁਰੂ ਦਾ ਬੂਹਾ ਖੜਕਾ ਲਿਆ। ਸੋ ਸਤਿਗੁਰੂ ਕਿਰਪਾ ਕਰਨ ਸਾਨੂੰ ਵੀ ਪਹਿਲਾਂ ਹੀ ਸੋਝੀ ਆ ਜਾਵੇ, ਕਿਉਂਕਿ ਸਤਿਗੁਰੂ ਕਹਿੰਦੇ ਅਵਰ ਛੁੱਟੀ ਸਭ ਆਸ, ਬਾਕੀ ਸਾਰੀਆਂ ਆਸਾਂ ਛੁੱਟ ਗਈਆਂ। ਹੁਣ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਨੂੰ ਆਸ ਤੇਰੇ ਚਰਨਾਂ ਦੀ ਹੈ। ਅਚਿੰਤ ਠਾਕੁਰ ਭੇਟੇ ਗੁਣਤਾਸ। ਹੁਣ ਕਹਿੰਦੇ ਚਿੰਤਾਵਾਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਠਾਕੁਰ ਨੇ ਕਿਰਪਾ ਕੀਤੀ, ਨਾਮ ਰੂਪੀ ਗੁਣ ਇਬਾਦਤ ਦੇ ਗੁਣ ਬਖਸ਼ ਦਿੱਤੇ। ਏਕੋ ਨਾਮ ਧਿਆਏ ਮਨ ਮੇਰੇ। ਸਤਿਗੁਰੂ ਕਹਿੰਦੇ ਆਪਣੇ ਮਨ ਨੂੰ ਸਮਝਾ, ਇੱਕ ਨਾਮ ਨੂੰ ਗਲਵਕੜੀ ਪਾ, ਵਾਹਿਗੁਰੂ ਗੁਰਮੰਤਰ ਨੂੰ ਹਿਰਦੇ ਵਿੱਚ ਵਸਾਉਣਾ ਕਰ। ਕਾਰਜ ਤੇਰਾ ਹੋਵੇ ਪੂਰਾ, ਹਰ 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 ਗੁਣ ਗਾਏ ਮਨ ਮੇਰੇ। ਸਤਿਗੁਰੂ ਕਹਿੰਦੇ ਸਾਰੇ ਕਾਰਜ ਰਾਸ ਆ ਜਾਂਦੇ ਨੇ, ਹਰੀ ਨਾਮ ਦੇ ਗੁਣ ਗਾਉਣ ਲੱਗ ਜਾ। ਸਭੇ ਕਾਜ ਸਵਾਰਿਆ ਜਾ ਤੁਧ ਪਾਬੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵਾਹਿਗੁਰੂ ਨੂੰ ਹਿਰਦੇ 'ਚ ਵਸਾਈ, ਵਾਹਿਗੁਰੂ ਦੇ ਨਾਮ ਵਿੱਚ ਤਾਕਤ ਹੈ। ਆਹਤ ਹਰਨ ਜਮ ਤਰਾਸ ਨਿਵਾਰਨ, ਨਾਮ ਲੇਤ ਭਵ ਸਿੰਧ ਤਰੇ। ਜਿਹੜਾ ਵਾਹਿਗੁਰੂ ਗੁਰੂ ਮੰਤਰ ਰਸਨਾ ਤੇ ਟਿਕਾ ਲਵੇ, ਉਹਨੂੰ ਮੰਗਣਾ ਨਹੀਂ ਪੈਂਦਾ, ਬਿਨਾ ਮੰਗਿਆ ਹੀ ਝੋਲੀ ਵਿੱਚ ਪੈ ਜਾਂਦਾ ਸਾਰਾ ਕੁਝ ਹੀ। ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਹਨ। ਤੁਮ ਹੀ ਕਾਰਨ ਕਰਨ। ਸਤਿਗੁਰੂ ਕਹਿੰਦੇ ਐ ਪ੍ਰਮਾਤਮਾ ਸੰਸਾਰ ਦੇ ਤਖਤੇ ਤੇ ਸਭ ਕੁਝ ਕਰਨ ਵਾਲਾ ਤੂੰ ਹੀ ਹੈ। ਚਰਨ ਕਮਲ ਹਰ ਸਰਨ। ਹੁਣ ਮੈਂ ਤੇਰੀ ਸ਼ਰਨੀ ਆਇਆ, ਮੈਂ ਤੇਰੇ ਚਰਨਾਂ ਵਿੱਚ ਆਇਆ, ਤੂੰ ਮੇਰੀ ਲਾਜ ਰੱਖਣੀ ਕਰ। ਮਨ ਤਨ ਹਰ ਉਹੀ ਧਿਆਇਆ। ਸਤਿਗੁਰੂ ਕਹਿੰਦੇ ਜੋ ਮੇਰਾ ਮਨ ਹੈ, ਜੋ ਤਨ ਹੈ, ਹੁਣ ਉਸ ਪਰਮਾਤਮਾ ਨੂੰ ਧਿਆਉਂਦਾ ਜਿਸ ਪਰਮਾਤਮਾ ਨੇ ਕੁੱਲ ਕਾਇਨਾਤ ਖੰਡ ਬ੍ਰਹਮੰਡ ਸਾਜੇ ਹਨ। ਆਨੰਦ ਹਰ ਰੂਪ ਦਿਖਾਇਆ। ਤੇ ਜਦੋਂ ਪਰਮਾਤਮਾ ਨੂੰ ਧਿਆਉਣ ਲੱਗ ਪਏ, ਫਿਰ ਕਹਿੰਦੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਹਿਰਦੇ ਦੇ ਵਿੱਚ ਹਰੀ ਦਾ ਰੂਪ ਨਜ਼ਰੀ ਆ ਗਿਆ। ਤਿਸ ਹੀ ਕੀ ਓਟ ਸਦੀਵ। ਕਹਿੰਦੇ ਹੁਣ ਸਦਾ ਸਦਾ ਲਈ ਉਸ ਪਰਮਾਤਮਾ ਦੇ ਨਾਮ ਦੀ ਓਟ ਹਿਰਦੇ ਵਿੱਚ ਟਿਕ ਗਈ ਹੈ। ਜਾ ਕੇ ਕੀਨੇ ਹੈ ਜੀਵ। ਜਿਸ ਪਰਮਾਤਮਾ ਨੇ ਇਹ ਸਾਰੇ ਜੀਵ ਜੰਤੂ ਸਾਜਣੇ ਕੀਤੇ ਨੇ, ਕਲਗੀਧਰ ਜੀ ਕਹਿੰਦੇ ਬੰਗ ਕੇ ਬੰਗਾਲੀ, ਫਿਰੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲਵਾਲੀ, ਤੇਰੀ ਆਗਿਆ ਮੈਂ ਚਲਤ ਹੈ। ਰੋਹ ਕੇ ਰੁਹੇਲੇ ਮਾਗ, ਦੇਸ ਕੇ ਮਗੇਲੇ ਵੀਰ, ਬੰਗਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ। ਗੋਖਾ ਗੁਣ ਗਾਵੇ ਚੀਨ ਮਚੀਨ ਕੇ ਸੀਸ ਨਿਆਵੇ, ਤਿਬਤੀ ਧਿਆਏ ਦੋਖ ਦੇਹ ਕੋ ਦਲਤ ਹੈ।
ਜਿਨੈ ਤੋਹੇ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ। ਸਰਬ ਧਨ ਤਾਮ ਫਲ ਫੂਲ ਸੋ ਫਲਤ ਹੈ। ਜਿਨਨੇ ਵੀ ਧਿਆਇਆ ਸਾਰੀਆਂ ਹੀ ਬਖਸ਼ਿਸ਼ਾਂ ਝੋਲੀ ਵਿੱਚ ਪੈ ਗਈਆਂ। ਸਿਮਰਤ ਹਰ ਕਰਤ ਨਿਧਾਨ। ਕਹਿੰਦੇ ਪ੍ਰਮਾਤਮਾ ਦਾ ਨਾਮ ਸਿਮਰਦੇ ਸਾਰੇ ਖਜ਼ਾਨੇ ਘਰ ਦੇ ਵਿੱਚ ਆ ਕੇ ਵਸ ਜਾਂਦੇ ਹਨ। ਰਾਖਨ ਹਾਰ ਨਿਦਾਨ। ਕਿਉਂਕਿ ਹੁਣ ਰੱਖਣ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਆਪ ਹੈ। ਸਰਬ ਕੀ ਰੇਨ ਹੋਵੀਜੈ। ਸਤਿਗੁਰੂ ਕਹਿੰਦੇ ਪ੍ਰਮਾਤਮਾ ਉਦੋਂ ਹੀ ਰੱਖਦਾ ਜਦੋਂ ਗੁਰੂ ਕਾ ਸਿੱਖ ਪ੍ਰਮਾਤਮਾ ਦੇ ਰਾਹ ਤੇ ਤੁਰਨ ਵਾਲਾ ਸਾਰਿਆਂ ਦੇ ਚਰਨਾਂ ਦੀ ਧੂੜੀ ਬਣ ਜਾਵੇ। ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ। ਨਾਨਕ ਦਾਸ ਹੈ ਸੁਖ ਮਾਗੈ ਮੋਕੋ ਕਰ ਸੰਤਨ ਕੀ ਧੂਰੇ। ਆਪ ਮਿਟਾਏ ਮਲੀਜੈ। ਪਰ ਕਹਿੰਦੇ ਉਦੋਂ ਹੀ ਮਿਲਦਾ ਜਦੋਂ ਬੰਦਾ ਆਪਣਾ ਆਪ ਮਿਟਾ ਲੈਂਦਾ, ਆਪਣੀ ਹਸਤੀ ਦੂਰ ਕਰ ਦਿੰਦਾ ਹੈ। ਅਨ ਦਿਨ ਧਿਆਈਐ ਨਾਮ। ਦਿਨੇ ਰਾਤ ਕਹਿੰਦੇ ਜਾਗਤ ਜੋਤ ਜਪੈ ਨਿਸਵਾਸਰ। ਦਿਨ ਰਾਤ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਸ਼ੁਰੂ ਕਰ ਦੇ। ਸਫਲ ਨਾਨਕ ਇਹੋ ਕਾਮ। ਸਤਿਗੁਰੂ ਕਹਿੰਦੇ ਫਿਰ ਸਾਰੇ ਹੀ ਕਾਰਜ ਰਾਸ ਆ ਜਾਣਗੇ ਜਿੱਦਨ ਨਾਮ ਨੂੰ ਜਪਣ ਦੀ ਜਾਚ ਆ ਗਈ। ਸੋ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਔਰ ਲੜੀਵਾਰ ਵਿੱਚ ਸ਼ਬਦ ਦੀ ਵਿਚਾਰ ਇੱਥੇ ਸੰਪੂਰਨ ਹੁੰਦੀ ਹੈ। ਖਾਲਸਾ ਜੀ ਅਲਪੱਗ ਜੀਵਾਂ, ਸਮੁੰਦਰ ਇੱਕ ਚਮਚੇ ਨਾਲ ਪੀਤਾ ਨਹੀਂ ਜਾਂਦਾ। ਇਸੇ ਤਰ੍ਹਾਂ ਕਿਆ ਹੋ ਕਥੀ ਕਥੇ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਜੋ ਕਥਾ ਹੈ ਇਸ ਅਲਪੱਗ ਜੀਵ ਤੋਂ, ਇਸ ਰਸਨਾ ਤੋਂ ਗਾਈ ਨਹੀਂ ਜਾਂਦੀ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਦੇਣਾ। ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਕਰਕੇ ਧੰਨਵਾਦ ਜਿਨ੍ਹਾਂ ਹਾਜ਼ਰੀ ਭਰਵਾਈ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਤਿੰਨਾਂ ਦਾ ਧੰਨਵਾਦ। ਔਰ ਸਿੰਘ ਸਾਹਿਬ ਜਿਨ੍ਹਾਂ ਨੇ ਪਾਠ ਸਰਵਣ ਕਰਵਾਇਆ, ਭਾਈ ਗੁਰਸੇਵਕ ਸਿੰਘ, ਤਿੰਨਾਂ ਦਾ ਆਪ ਸਭ ਸੰਗਤ ਦਾ ਧੰਨਵਾਦ। ਅਰਦਾਸ ਕਰੀਏ ਜੋ ਸੁਣਿਆ ਸੁਣਾਇਆ ਆਪਾਂ ਸਾਰੇ ਕਮਾ ਸਕੀਏ। ਆਓ ਜੀ ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਖਿਮਾ ਦੇ ਜਾਚਕ ਹੋਈਏ ਜੀ। ਸਰਬ ਕੀ ਰੇਨ ਹੋਵੀਜੈ। ਆਪ ਮਿਟਾਏ ਮਲੀਜੈ। ਅਨ ਦਿਨ ਧਿਆਈਐ ਨਾਮ। ਸਫਲ ਨਾਨਕ ਇਹੋ ਕਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ